ਸਤਨਾਮ ਵਾਹਿਗੁਰੂ ਜੀ। ਬੇੜਾ ਬੰਦ ਨ ਸਕਿਓ ਬੰਧਨ ਕੀ ਵੇਲਾ, ਭਾਰ ਸਰਵਰ ਜਬ ਉਛਲੈ, ਤਬ ਤਰਨ ਦੁਹੇਲਾ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਾਰ ਸਰਵਰ ਜਬ ਉਛਲੈ, ਤਰਨ ਦੁਹੇਲਾ। ਹੱਥ ਨ ਲਾਏ ਕੁਸੁੰਬੜੈ, ਜਲ ਜਾਸੀ ਡੋਲਾ। ਸਤਨਾਮ ਵਾਹਿਗੁਰੂ ਜੀਓ। ਪੌੜੀ ਆਪੇ ਤਖਤ ਰਚਾਇਓਨ, ਆਕਾਸ਼ ਪਤਾਲਾ। ਹੁਕਮੇ ਧਰਤੀ ਸਾਜੀਅਨ, ਸੱਚੀ ਧਰਮਸ਼ਾਲਾ। ਆਪ ਉਪਾਏ ਖਪਾਇਂਦਾ, ਸੱਚੇ ਦੀਨ ਦਿਆਲਾ। ਸਭਨਾ ਰਿਜ਼ਕ ਸੰਭਾਹੀਂਦਾ, ਤੇਰਾ ਹੁਕਮ ਨਿਰਾਲਾ। ਆਪੇ ਆਪ ਵਰਤਦਾ, ਆਪੇ ਪ੍ਰਤਪਾਲਾ। ਸਭਨਾ ਰਿਜ਼ਕ ਸੰਭਾਹੀਂਦਾ, ਤੇਰਾ ਹੁਕਮ ਨਿਰਾਲਾ। ਆਪੇ ਆਪ ਵਰਤਦਾ, ਆਪੇ ਪ੍ਰਤਪਾਲਾ। ਆਪੇ ਪ੍ਰਤਪਾਲਾ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵੇਰ ਵੇਲੇ ਦੀ ਸਜੀ ਸਭਾ ਦੇ ਅੰਦਰ ਗੁਰੂ ਬਖਸ਼ੇ ਉਦਮ ਦਾ ਸਦਕਾ ਜੁੜ ਬੈਠੇ ਗੁਰੂ ਖਾਲਸਾ ਜੀ, ਆਪ ਜੀ ਨੇ ਜਿਸ ਬਚਨ ਦਾ ਪਾਠ ਸੁਣਨਾ ਕੀਤਾ ਹੈ,
ਇਹ ਬਚਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੂਹੀ ਕੀ ਵਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ 785 ਤੇ ਵਾਰ ਦੀ ਪਹਿਲੀ ਪੌੜੀ ਦੇ ਰੂਪ ਵਿੱਚ ਹੈ। ਇਸ ਪੌੜੀ ਦੇ ਨਾਲ ਦੋ ਸ਼ਲੋਕ ਹਨ। ਦੋਨੋਂ ਹੀ ਸ਼ਲੋਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਸੋ ਆਓ ਅੱਜ ਦੇ ਦੀਵਾਨ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਦੀ ਇਸ ਪਹਿਲੀ ਪੌੜੀ ਦੀ ਵਿਚਾਰ ਵਖਿਆਨ ਗੁਰੂ ਮਹਿਰਮਤ ਸਦਕਾ ਸਾਂਝਾ ਕਰਦੇ ਹਾਂ। ਇੱਕ ਵਾਰ ਸਾਰੇ ਹੀ ਸਤਸੰਗੀ ਜਨਾਂ ਨੇ ਪਿਆਰ ਸਹਿਤ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਕਵਿਤਾ ਦੀਆਂ ਕਈ ਵੰਨਗੀਆਂ ਹਨ। ਵੰਨਗੀਆਂ ਤੋਂ ਭਾਵ ਹੈ ਕਵਿਤਾ ਦੀ ਚਾਲ, ਕਵਿਤਾ ਦੀ ਲੈ, ਉਸ ਦੇ ਲਿਖਣ ਦਾ ਢੰਗ, ਉਸ ਵਿੱਚ ਆਈਆਂ ਹੋਈਆਂ ਮਾਤਰਾਵਾਂ ਇਤਿਆਦਿਕ। ਮੁੱਖ ਤੌਰ ਤੇ ਅਸੀਂ ਪਦੇ, ਛੰਤ, ਸ਼ਲੋਕ, ਸਵਈਏ ਅਤੇ ਪੌੜੀਆਂ, ਇਹ ਪੰਜ ਕੁ ਕਵਿਤਾ ਦੇ ਰੂਪ ਜਿਹੜੇ ਹਨ ਅਸੀਂ ਗੁਰਬਾਣੀ ਦੇ ਵਿੱਚ ਖਾਸ ਤੌਰ ਤੇ ਪੜ੍ਹਦੇ ਹਾਂ। ਭਾਵ ਇਹਨਾਂ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਇਹਨਾਂ ਖਾਸ ਕਵਿਤਾ ਦੀਆਂ ਵੰਨਗੀਆਂ ਦੇ ਵਿੱਚ ਵੀ ਖਾਸ ਰੂਪ ਹਨ। ਜਿਵੇਂ ਪਦਿਆਂ ਦੇ ਵਿੱਚ ਇੱਕ ਪਦਾ, ਦੂ ਪਦਾ, ਤੀ ਪਦਾ, ਚੌ ਪਦਾ, ਪੰਜ ਪਦਾ। ਅਸ਼ਟਪਦੀਆਂ ਦੇ ਵਿੱਚ ਵੀ ਕੁਝ ਵੰਨਗੀਆਂ ਹਨ, ਛੰਤਾਂ ਦੇ ਵਿੱਚ ਵੀ ਕੁਝ ਵੰਨਗੀਆਂ ਹਨ। ਇਵੇਂ ਸ਼ਲੋਕ ਹਨ ਤੇ ਇਵੇਂ ਹੀ ਪੌੜੀਆਂ ਹਨ। ਮੈਂ ਅੱਜ ਜ਼ਿਕਰ ਕਰਾਂਗਾ ਥੋੜਾ ਜਿਹਾ ਪੌੜੀ ਬਾਰੇ। ਪੌੜੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਸ ਦਾ ਤੁਕਾਂਤ ਬਾਕੀ ਸਾਰੀਆਂ ਕਾਵਕ ਵੰਨਗੀਆਂ ਦੇ ਨਾਲੋਂ ਬਿਲਕੁਲ ਅਲੱਗ ਹੈ। ਕਦੀ ਤੁਸੀਂ ਧਿਆਨ ਨਾਲ ਪੜ੍ਹਨਾ, ਜਦੋਂ ਅਸੀਂ ਬਾਕੀ ਕਾਵਕ ਵੰਨਗੀਆਂ ਪੜ੍ਹਦੇ ਹਾਂ ਤੇ ਉਹਨਾਂ ਵਿੱਚ ਪੰਕਤੀਆਂ ਬਰਾਬਰ ਚੱਲਦੀਆਂ ਨੇ। ਭਾਵ ਪਹਿਲੀ ਪੰਕਤੀ ਦੇ ਬਰਾਬਰ ਦੂਜੀ ਪੰਕਤੀ ਚੱਲੇਗੀ, ਦੂਜੀ ਦੇ ਬਰਾਬਰ ਤੀਜੀ ਚੱਲੇਗੀ, ਤੀਜੀ ਦੇ ਬਰਾਬਰ ਚੌਥੀ ਚੱਲੇਗੀ। ਭਾਵ ਉਹਨਾਂ ਦਾ ਤੁਕਾਂਤ ਜਿਹੜਾ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਮਾਤਰਾਵਾਂ ਦਾ ਤੋਲ, ਇੱਕ ਬਰਾਬਰ ਚੱਲਦਾ ਹੈ। ਉਹਦੇ ਵਿੱਚ ਅੱਗਾ ਪਿੱਛਾ ਨਹੀਂ ਹੁੰਦਾ। ਜਿਵੇਂ ਅਸੀਂ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਅਸੀਂ ਜੇ ਪਹਿਲੀ ਹੀ ਪੌੜੀ ਪੜ੍ਹੀਏ ਤੇ ਉਹਦੇ ਵਿੱਚ ਤੁਕਾਂਤ ਬਿਲਕੁਲ ਬਰਾਬਰ ਹੈ। ਹੁਕਮੀ ਹੋਵਣ ਆਕਾਰ, ਦੂਜੀ ਪੌੜੀ 'ਚ ਅਸੀਂ ਪੜ੍ਹਦੇ ਹਾਂ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਤੁਕਾਂਤ ਬਿਲਕੁਲ ਬਰਾਬਰ ਹੈ। ਪਰ ਜਦੋਂ ਅਸੀਂ ਵਾਰਾਂ ਦੀਆਂ ਪੌੜੀਆਂ ਪੜ੍ਹਦੇ ਹਾਂ, ਇੱਥੇ ਥੋੜਾ ਜਿਹਾ ਤੁਕਾਂਤ ਵਿੱਚ ਇੱਕ ਅੰਤਰ ਹੈ। ਉਹ ਅੰਤਰ ਇਹ ਹੈ ਕਿ ਵਾਰ ਦੀ ਪੌੜੀ ਦੀਆਂ ਬਾਕੀ ਸਾਰੀਆਂ ਪੰਕਤੀਆਂ ਬਰਾਬਰ ਹੋਣਗੀਆਂ, ਪਰ ਜਿਹੜੀ ਅਖੀਰ ਵਾਲੀ ਪੰਕਤੀ ਹੋਏਗੀ, ਜਿੱਥੇ ਆ ਕੇ ਪੌੜੀ ਖਤਮ ਹੋਏਗੀ, ਉਹ ਪੰਕਤੀ ਜਿਹੜੀ ਹੈ ਉਹ ਬਾਕੀ ਪੰਕਤੀਆਂ ਦੇ ਨਾਲੋਂ ਅੱਧੀ ਹੋਏਗੀ। ਇਹ ਫਰਕ ਹੈ। ਇਸ ਕਰਕੇ ਜਦੋਂ ਤੁਸੀਂ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਹੋ, ਚਾਹੇ ਉਹਨੂੰ ਰਾਗੀ ਸਿੰਘ ਗਾਉਣ, ਚਾਹੇ ਉਹਨੂੰ ਢਾਡੀ ਸਿੰਘ ਗਾਉਣ, ਸਾਡੇ ਵਿੱਚ ਆਸਾ ਕੀ ਵਾਰ ਨੂੰ ਗਾਉਣ ਦੀ ਜੋ ਪਰੰਪਰਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਤੇ ਉਸ ਤੋਂ ਬਾਅਦ ਕੁਝ ਸਮਾਂ ਅੰਗਰੇਜ਼ ਕਾਲ ਤੱਕ ਵੀ ਆਸਾ ਕੀ ਵਾਰ ਜਿਹੜੀ ਹੈ, ਜਿੱਥੇ ਕੀਰਤਨੀਏ ਸਿੰਘ ਗਾਉਂਦੇ ਸਨ ਉੱਥੇ ਢਾਡੀ ਸਿੰਘ ਵੀ ਗਾਉਂਦੇ ਸਨ, ਬਰਾਬਰ ਸੀਗਾ।
ਪਰ ਧੀਰੇ ਧੀਰੇ ਪਰੰਪਰਾ ਅਲੋਪ ਹੁੰਦੀ ਗਈ ਤੇ ਜੋ ਕੀਰਤਨੀਆਂ ਤੱਕ ਸੀਮਤ ਰਹਿ ਗਈ ਹੈ। ਢਾਡੀ ਸਿੰਘਾਂ ਵਿੱਚੋਂ, ਕਵੀਸ਼ਰ ਸਿੰਘਾਂ ਵਿੱਚੋਂ ਆਸਾ ਕੀ ਵਾਰ ਜਾਂ ਵਾਰਾਂ ਨੂੰ ਗਾਉਣ ਦੀ ਜੋ ਪਰੰਪਰਾ ਹੈ ਗੁਰਬਾਣੀ ਦੀ, ਉਹ ਬਿਲਕੁਲ ਹਾਸ਼ੀਏ ਤੇ ਖੜੀ ਹੈ, ਸਮਾਪਨ ਦੇ ਬਰਾਬਰ ਹੈ। ਅਸੀਂ ਕਿਤੇ ਵੀ ਗੁਰਮਤਿ ਸਮਾਗਮਾਂ ਵਿੱਚ ਗੁਰਬਾਣੀ ਦੀਆਂ ਇਹਨਾਂ ਵਾਰਾਂ ਦਾ ਜੋ ਗਾਇਨ ਹੈ ਉਹ ਢਾਡੀ ਸਿੰਘਾਂ ਕੋਲੋਂ ਨਹੀਂ ਸੁਣਦੇ। ਸੋ ਇਹ ਅੰਗਰੇਜ਼ ਕਾਲ ਤੋਂ ਬਾਅਦ ਇਹ ਉਸ ਤਰ੍ਹਾਂ ਹੀ ਹੋਇਆ ਜਿਵੇਂ ਤੰਤੀ ਸਾਜ਼ਾਂ ਦੀ ਜਗ੍ਹਾ ਬਾਕੀ ਸਾਜ਼ਾਂ ਨੇ ਲੈ ਲਈ। ਬੜਾ ਕੁਝ ਬਦਲਿਆ। ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ ਤੇ ਗੁਲਾਮੀ ਕੋਈ ਸ਼ਬਦ ਨਹੀਂ ਹੈ, ਗੁਲਾਮੀ ਦੇ ਅਨੇਕ ਪ੍ਰਕਾਰ ਨੇ। ਉਹ ਪ੍ਰਕਾਰ ਹੀ ਜਿਹੜੇ ਹਨ ਜਗ੍ਹਾ ਜਗ੍ਹਾ ਆਪਣੀ ਜਗ੍ਹਾ ਸਥਾਪਿਤ ਕਰ ਲੈਂਦੇ ਹਨ। ਜੋ ਤੁਹਾਨੂੰ ਗੁਲਾਮ ਬਣਾਉਂਦਾ ਹੈ ਉਹਦੇ ਕੋਲ ਬਸ ਇੱਕ ਹੀ ਸਾਧਨ ਹੁੰਦਾ ਕਿ ਜੋ ਤੁਹਾਡੀਆਂ ਚੀਜ਼ਾਂ ਨੇ ਉਹ ਤੁਹਾਡੇ ਕੋਲੋਂ ਖੋਹ ਲੈਂਦਾ ਹੈ ਤੇ ਉਹਦੀ ਜਗ੍ਹਾ ਚਾਹੇ ਉਹ ਆਪਣੀ ਚੀਜ਼ ਦੇ ਚਾਹੇ ਦੂਜੀ ਚੀਜ਼ ਦੇ, ਐਸਾ ਹੀ ਹੁੰਦਾ ਹੈ। ਇਸ ਦਾ ਨਾਂ ਹੀ ਗੁਲਾਮੀ ਹੈ ਕਿ ਤੁਹਾਨੂੰ ਤੁਹਾਡੀ ਚੀਜ਼ ਨਾਲ ਨਫ਼ਰਤ ਹੋ ਜਾਂਦੀ ਹੈ। ਬਸ ਇਹਦਾ ਨਾਮ ਹੀ ਗੁਲਾਮੀ ਹੈ। ਗੁਲਾਮੀ ਹੋਰ ਕੋਈ ਅਲੱਗ ਚੀਜ਼ ਨਹੀਂ ਕਿ ਜੋ ਕੌਮਾਂ ਦੀਆਂ ਆਪਣੀਆਂ ਚੀਜ਼ਾਂ ਹੁੰਦੀਆਂ ਹਨ ਉਹਦੇ ਬਾਰੇ ਕੌਮਾਂ ਦੇ ਮਨਾਂ ਵਿੱਚ ਘਿਰਨਾ ਪੈਦਾ ਹੋ ਜਾਣਾ, ਉਹਦੇ ਬਾਰੇ ਨਫ਼ਰਤ ਪੈਦਾ ਹੋ ਜਾਣੀ, ਉਹਦੇ ਬਾਰੇ ਹੀਨ ਭਾਵਨਾ ਪੈਦਾ ਹੋ ਜਾਣੀ। ਬਸ ਇਹਦਾ ਨਾਮ ਹੀ ਗੁਲਾਮੀ ਹੈ। ਤੋ ਐਸਾ ਹੀ ਹੋਇਆ। ਇਹ ਵਰਤਾਰਾ ਹਰ ਇੱਕ ਚੀਜ਼ ਦੇ ਵਿੱਚ ਵਾਪਰ ਗਿਆ। ਜਿੱਥੇ ਲੋਕਾਂ ਦਾ ਧਰਤੀ ਦੇ ਪ੍ਰਥਾਏ ਇਹ ਬੋਲ ਬਣ ਗਏ, ਉੱਥੇ ਹੋਰ ਬਾਕੀ ਚੀਜ਼ਾਂ ਦੇ ਬਾਰੇ ਵੀ ਇਹ ਬੋਲ ਬਣ ਗਏ। ਪਹਿਰਾਵੇ ਦੇ ਬਾਰੇ, ਬੋਲੀ ਦੇ ਬਾਰੇ, ਉਸ ਤੋਂ ਬਾਅਦ ਖਾਣ ਪੀਣ ਦੇ ਬਾਰੇ, ਰਹਿਣ ਸਹਿਣ ਦੇ ਬਾਰੇ, ਉਸ ਤੋਂ ਬਾਅਦ ਆਪਣੀਆਂ ਲੋਕ ਵਿਚਾਰਾਂ ਦੇ ਬਾਰੇ, ਹਰ ਇੱਕ ਚੀਜ਼ ਬਾਰੇ, ਆਪਣੀਆਂ ਲੋਕ ਗਥਾਵਾਂ, ਆਪਣੇ ਗੁਰੂਆਂ ਦੇ ਬਾਰੇ, ਹਰ ਇੱਕ ਚੀਜ਼ ਬਾਰੇ ਜਦੋਂ ਹੀਨ ਭਾਵਨਾ ਮਨ 'ਚ ਪੈਦਾ ਹੋ ਜਾਂਦੀ ਹੈ ਤਾਂ ਉਹਦਾ ਨਾਮ ਗੁਲਾਮੀ ਹੈ। ਤਾਂ ਇਹੀ ਹੋਇਆ। ਖੈਰ, ਮੈਂ ਵਾਪਸ ਪਰਤਦਾ ਹਾਂ ਆਪਣੇ ਵਿਸ਼ੇ ਵੱਲ। ਮੈਂ ਗੱਲ ਕਰ ਰਿਹਾ ਸਾਂ ਗੁਰਬਾਣੀ ਦੇ ਕਾਵਕ ਨਮੂਨਿਆਂ ਬਾਰੇ ਕਿ ਜੋ ਪੌੜੀ ਪੜ੍ਹਦੇ ਹਾਂ, ਪੌੜੀ ਦੇ ਵਿੱਚ ਇੱਕ ਖਾਸ ਗੱਲ ਹੈ, ਉਹ ਸਾਨੂੰ ਚੇਤੇ ਰਹਿਣੀ ਚਾਹੀਦੀ। ਉਹ ਇਹ ਹੈ ਕਿ ਜਿਹੜੀ ਅਖੀਰਲੀ ਪੰਕਤੀ ਹੁੰਦੀ ਹੈ ਪੌੜੀ ਦੀ, ਮੈਂ ਉਦਾਹਰਨ ਵਜੋਂ ਆਸਾ ਕੀ ਵਾਰ ਦੀਆਂ ਕੁਝ ਪੌੜੀਆਂ ਦੇ ਵਿੱਚੋਂ ਦ੍ਰਿਸ਼ਟਾਂਤ ਦੇਵਾਂਗਾ। ਆਸਾ ਕੀ ਵਾਰ ਨੂੰ ਧਿਆਨ ਨਾਲ ਪੜ੍ਹੋ। ਉਹਦੇ ਵਿੱਚ 24 ਪੌੜੀਆਂ ਨੇ। 24 ਪੌੜੀਆਂ ਦੀਆਂ ਅਖੀਰਲੀਆਂ ਪੰਕਤੀਆਂ ਨੂੰ ਧਿਆਨ ਨਾਲ ਪੜ੍ਹੋ। ਉਹ ਬਾਕੀਆਂ ਪੰਕਤੀਆਂ ਦੇ ਨਾਲੋਂ ਅੱਧੀਆਂ ਨੇ। ਤੇ ਜਦੋਂ ਤੁਸੀਂ ਪਾਠ ਕਰੋਗੇ ਕੁਦਰਤਨ ਹੀ, ਜੇ ਤੁਸੀਂ ਲੈ 'ਚ ਪਾਠ ਕਰ ਰਹੇ ਹੋ, ਵਜਤ 'ਚ ਪਾਠ ਕਰ ਰਹੇ ਹੋ, ਤੇ ਉਹ ਪੰਕਤੀ ਉਹ ਅਖੀਰਲੀ ਪੰਕਤੀ ਤੁਹਾਨੂੰ ਧੱਕਾ ਮਾਰੇਗੀ ਤੇ ਤੁਹਾਡੇ ਮੂੰਹੋਂ ਉਹ 2 ਵਾਰੀ ਨਿਕਲੇਗੀ। ਲੈ ਹੀ ਕੁਝ ਇਸ ਤਰ੍ਹਾਂ ਦੀ ਹੈ। ਜਿਹੜਾ ਬੰਦਾ ਵਜਦ 'ਚ ਲੈ 'ਚ ਪਾਠ ਨੂੰ ਧਿਆਨ ਨਾਲ ਕਰ ਰਿਹਾ, ਉਹ ਧੱਕੇ ਦੇ ਨਾਲ ਉਹਦੇ ਮੂੰਹੋਂ ਉਹ ਪੰਕਤੀ ਜਿਹੜੀ ਹੈ 2 ਵਾਰ ਨਿਕਲੇਗੀ। ਤੁਕਾਂਤ ਇੱਕ ਗੱਲ ਤੇ ਇਹ ਫਰਕ ਹੈ। ਦੂਜੀ ਗੱਲ, ਜੋ ਵਾਰ ਦੀ ਅਖੀਰਲੀ ਪੰਕਤੀ ਹੁੰਦੀ ਹੈ ਉਹਦੇ ਵਿੱਚ ਪੌੜੀ ਦੀ ਜੋ ਅਖੀਰਲੀ ਪੰਕਤੀ ਹੁੰਦੀ ਹੈ ਉਹਦੇ ਵਿੱਚ ਪੌੜੀ ਦਾ ਪੂਰਾ ਨਿਚੋੜ ਹੁੰਦਾ ਹੈ। ਜਿਵੇਂ ਅਸੀਂ ਕੋਈ ਸ਼ਬਦ ਪੜ੍ਹਦੇ ਹਾਂ ਤੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੋ ਰਹਾਉ ਵਾਲਾ ਬੰਦ ਹੈ ਉਹ ਕਿਸੇ ਸ਼ਬਦ ਦਾ ਨਿਚੋੜ ਹੈ। ਇਵੇਂ ਵਾਰਾਂ ਦੇ ਵਿੱਚ ਜੋ ਅਖੀਰਲੀ ਪੌੜੀ ਹੁੰਦੀ ਹੈ ਉਹਦੇ ਵਿੱਚ ਨਿਚੋੜ ਗੁਰੂ ਪਾਤਸ਼ਾਹ ਜੀ ਰੱਖ ਦਿੰਦੇ ਨੇ ਪੂਰੀ ਪੌੜੀ ਦਾ, ਪੂਰੇ ਉਸ ਲਿਖੇ ਹੋਏ ਵਿਚਾਰ ਦਾ ਕਿ ਇਹਦਾ ਨਿਚੋੜ ਇਹ ਹੈ। ਜਿਵੇਂ ਅਸੀਂ ਆਸਾ ਕੀ ਵਾਰ ਦੀ ਅਖੀਰਲੀ ਪੌੜੀ ਪੜ੍ਹਦੇ ਹਾਂ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੈ ਰਜ਼ਾਏ, ਸੋ ਕਰੇ ਜੇ ਤਿਸੈ ਰਜਾਏ। ਹੁਣ ਇਹ ਜਿਹੜੀ ਅਖੀਰ ਤੇ ਪੰਕਤੀ ਮੈਂ ਪੜ੍ਹੀ ਹੈ, ਸੋ ਕਰੇ ਜੇ ਤਿਸੈ ਰਜਾਏ, ਇਹ ਪੂਰਾ ਨਿਚੋੜ ਹੈ ਉੱਪਰ ਦਾ ਲਿਖੇ ਦਾ ਕਿ ਉਹ ਉਹੀ ਕਰਦਾ ਹੈ ਜੋ ਉਹਦੀ ਰਜ਼ਾ 'ਚ ਹੈ, ਜੋ ਉਹਦੇ ਹੁਕਮ 'ਚ ਹੈ। ਇਹ ਨਿਚੋੜ ਦਿੱਤਾ ਹੈ। ਇਵੇਂ ਅਸੀਂ ਪਿੱਛੇ ਦੀਆਂ ਜੇ ਪੌੜੀਆਂ ਪੜਾਂਗੇ, ਮੰਨ ਲਓ ਪਹਿਲੀ ਪੌੜੀ ਪੜ੍ਹੀ ਆਸਾ ਕੀ ਵਾਰ ਦੀ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੈ ਪਸਾਓ, ਤੂੰ ਜਾਣੋਈ ਸਭ ਸੈ ਦੇ ਲੈਸੈ ਜਿੰਦ ਕਵਾਓ, ਕਰ ਆਸਣ
ਡਿਠੋ ਚਾਓ। ਇਹ ਅਖੀਰਲੀ ਪੰਕਤੀ ਹੈ ਕਿ ਉਹ ਆਸਣ ਲਾ ਕੇ ਬੈਠਾ ਹੈ ਇਸ ਕੁਦਰਤ ਵਿੱਚ ਤੇ ਬੜੇ ਪਿਆਰ ਨਾਲ ਵੇਖ ਰਿਹਾ। ਸੋ ਮੈਂ ਇਸ ਕਰਕੇ ਬੇਨਤੀ ਕੀਤੀ ਹੈ, ਇਹ ਸਾਰੀਆਂ ਗੱਲਾਂ ਜੁੜਦੀਆਂ ਨੇ ਉਸ ਵੱਡੇ ਸਵਾਲ ਨਾਲ ਕਿ ਜਦੋਂ ਅਸੀਂ ਬਾਣੀ ਦਾ ਪਾਠ ਕਰਦੇ ਹਾਂ ਤੇ ਪਾਠ ਕਰਦੇ ਵਕਤ ਸਾਡਾ ਮਨ ਉਕਤਾ ਕਿਉਂ ਜਾਂਦਾ ਹੈ, ਜਾਂ ਬਾਣੀ ਦੇ ਭਾਵ ਸਾਡੇ ਮਨ 'ਚ ਚੱਲਦੇ ਕਿਉਂ ਨਹੀਂ, ਜਾਂ ਬਾਣੀ ਦੀ ਉਹ ਗੁਰੂ ਬਣਾਈ ਹੋਈ ਬੰਦਗੀ ਜਿਹੜੀ ਹੈ ਉਹ ਸਾਡੇ ਮਨ ਅੰਦਰ ਫਿਰਦੀ ਕਿਉਂ ਨਹੀਂ। ਉਹਦੇ ਕਈ ਕਾਰਨ ਨੇ, ਉਹਨਾਂ 'ਚੋਂ ਇੱਕ ਕਾਰਨ ਇਹ ਵੀ ਹੈ ਕਿ ਕਿਸੇ ਸ਼ਬਦ ਦਾ ਨਿਚੋੜ ਗੁਰੂ ਨੇ ਕਿੱਥੇ ਰੱਖਿਆ ਹੈ। ਜੇ ਇਸ ਗੱਲ ਦਾ ਅਹਿਸਾਸ ਨਹੀਂ, ਇਸ ਗੱਲ ਦਾ ਪਤਾ ਨਹੀਂ, ਤਾਂ ਮੈਂ ਸਮਝਦਾ ਹਾਂ ਅਸੀਂ ਕਿਤੇ ਨਾ ਕਿਤੇ ਉਕਤਾ ਜਾਵਾਂਗੇ, ਕਿਤੇ ਨਾ ਕਿਤੇ ਸਾਡਾ ਮਨ ਜਿਹੜਾ ਉਸ ਸ਼ਬਦ ਨਾਲ, ਉਸ ਢੰਗ ਨਾਲ ਨਹੀਂ ਜੁੜ ਪਾਏਗਾ। ਸੋ ਸ਼ੰਤਾਂ ਨੂੰ ਪੜ੍ਹਨ ਦਾ ਢੰਗ ਹੋਰ ਹੈ, ਪਦਿਆਂ ਨੂੰ ਪੜ੍ਹਨ ਦਾ ਢੰਗ ਹੋਰ ਹੈ, ਅਸ਼ਟਪਦੀਆਂ ਨੂੰ ਪੜ੍ਹਨ ਦਾ ਢੰਗ ਹੋਰ ਹੈ, ਸਲੋਕਾਂ ਨੂੰ ਪੜ੍ਹਨ ਦਾ ਢੰਗ ਹੋਰ ਹੈ, ਪੌੜੀਆਂ ਨੂੰ ਪੜ੍ਹਨ ਦਾ ਢੰਗ ਹੋਰ ਹੈ, ਸਵਈਆਂ ਨੂੰ ਪੜ੍ਹਨ ਦਾ ਢੰਗ ਹੋਰ ਹੈ। ਤੇ ਇਸ ਢੰਗ ਦੇ ਨਾਲ ਉਹਨਾਂ ਦਾ ਜਿਹੜਾ ਨਿਚੋੜ ਹੈ ਉਹ ਵੀ ਅਲੱਗ-ਅਲੱਗ ਪੰਕਤੀਆਂ 'ਚ ਗੁਰੂ ਨੇ ਅਲੱਗ-ਅਲੱਗ ਥਾਂ ਤੇ ਰੱਖਿਆ। ਇਹ ਮਾਰ ਵੱਜੀ ਹੈ ਸਾਨੂੰ ਕਿ ਅਸੀਂ ਇਹ ਕਾਵਕ ਵੰਨਗੀਆਂ ਜੋ ਸਾਡੀ ਪੰਜਾਬੀ ਭਾਸ਼ਾ ਤੇ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਸਮਾਈਆਂ ਹੋਈਆਂ ਸਨ, ਧੀਰੇ ਧੀਰੇ ਸਾਡੇ ਤੋਂ ਗਾਇਬ ਹੋ ਗਈਆਂ ਨੇ। ਬਹੁਤ ਕੁਝ ਸਾਡੇ ਕੋਲੋਂ ਉਹ ਵਿਸਰ ਚੁੱਕਾ ਹੈ, ਭੁੱਲ ਚੁੱਕਾ ਹੈ। ਉਹ ਲੈ, ਉਹ ਵੰਨਗੀ, ਉਹ ਪੜ੍ਹਨ ਦਾ ਢੰਗ, ਇਹ ਸਾਰਾ ਕੁਝ ਖੁੱਸ ਚੁੱਕਾ ਹੈ। ਜਿਵੇਂ ਮੈਂ ਇੱਕ ਉਦਾਹਰਨ ਦਿੱਤੀ ਕਿ ਇੱਕ ਸਮਾਂ ਸੀ, ਬਹੁਤ ਸਾਰੀਆਂ ਲਿਖਤਾਂ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ, ਜਿੱਥੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੁੰਦਾ ਹੈ, ਆਸਾ ਕੀ ਵਾਰ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਆਸਾ ਕੀ ਵਾਰ ਢੱਡ ਸਰੰਗੀਆਂ ਨਾਲ ਗਾਈ ਜਾਂਦੀ ਸੀ, ਅਲੱਗ ਤਰੀਕੇ ਨਾਲ। ਜਿੱਥੇ ਉੱਥੇ ਵੈਰਾਗ 'ਚ ਗਾਈ ਜਾਂਦੀ ਸੀ, ਇੱਥੇ ਬੀਰਸੀ ਢੰਗ ਨਾਲ ਗਾਈ ਜਾਂਦੀ ਸੀ। ਇੱਥੇ ਗਾਉਣ ਦਾ ਢੰਗ ਹੋਰ ਸੀਗਾ। ਜਦੋਂ ਢਾਡੀ ਸਿੰਘ ਗਾਉਂਦੇ ਸਨ ਉਹ ਵਜਦ 'ਚ ਤੇ ਉਹ ਬੀਰਸ 'ਚ ਗਾਉਂਦੇ ਸਨ, ਉਹਦਾ ਪ੍ਰਭਾਵ ਇੱਕ ਅਲੱਗ ਬਣਦਾ ਸੀਗਾ। ਸੋ ਇਸ ਕਰਕੇ ਇਸ ਨੁਕਤੇ ਨੂੰ ਜੇ ਅਸੀਂ ਨਹੀਂ ਸਮਝਾਂਗੇ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਅਸੀਂ ਬਾਣੀ ਦੇ ਭਾਵ ਨੂੰ ਨਹੀਂ ਸਮਝ ਪਾਵਾਂਗੇ। ਸੋ ਇਹ ਕੁਝ ਗੱਲਾਂ ਸਨ, ਜਦੋਂ ਅਸੀਂ ਵਾਰਾਂ ਪੜ੍ਹਨੀਆਂ ਹਨ, ਪੌੜੀਆਂ ਪੜ੍ਹਨੀਆਂ ਹਨ, ਤਾਂ ਮੈਂ ਸਮਝਦਾ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖੀਏ। ਇੱਕ ਇਹ ਕਿ ਜਿਹੜੀ ਵਾਰ ਦੀ ਪੌੜੀ ਦੀ ਅਖੀਰਲੀ ਪੰਕਤੀ ਹੁੰਦੀ ਹੈ ਉਹਨੂੰ ਧਿਆਨ ਨਾਲ ਪੜ੍ਹੀਏ। ਉਹ ਉੱਪਰੋਂ ਜੋ ਅਸੀਂ ਪੜ੍ਹਦੇ ਆ ਰਹੇ ਹਾਂ ਉਹਦਾ ਨਿਚੋੜ ਅਖੀਰਲੀ ਪੰਕਤੀ 'ਚ ਹੈ। ਤੇ ਦੂਜਾ, ਪੜ੍ਹਦਿਆਂ ਜੇ ਤੁਸੀਂ ਲੈਅ 'ਚ ਪੜ੍ਹੋਗੇ ਤੇ ਜਿਹੜੀ ਅਖੀਰਲੀ ਪੰਕਤੀ ਹੈ ਉਹ ਤੁਹਾਨੂੰ ਧੱਕਾ ਮਾਰੇਗੀ, ਤੁਹਾਡੀ ਲੈਅ ਨੂੰ ਧੱਕਾ ਮਾਰੇਗੀ ਤੇ ਤੁਹਾਨੂੰ ਪ੍ਰੇਰਨਾ ਦੇਗੀ ਕਿ ਇਹਨੂੰ ਇੱਕ ਵਾਰੀ ਨਹੀਂ, ਇਹਨੂੰ ਦੋ ਵਾਰੀ ਪੜ੍ਹ, ਇਹਨੂੰ ਇੱਕ ਵਾਰੀ ਨਹੀਂ, ਇਹਨੂੰ ਦੋ ਵਾਰੀ ਪੜ੍ਹ। ਤੇ ਉਹ ਦੋ ਵਾਰੀ ਪੜ੍ਹਨਾ ਤੁਹਾਡੀ ਸੁਰਤ ਨੂੰ ਧੱਕਾ ਦੇਗਾ ਕਿ ਗੁਰੂ ਇੱਥੇ ਕੋਈ ਖਾਸ ਗੱਲ ਤੁਹਾਨੂੰ ਕਹਿ ਰਿਹਾ ਹੈ, ਕੋਈ ਖਾਸ ਗੱਲ ਤੁਹਾਡੇ ਸਾਹਮਣੇ ਰੱਖ ਰਿਹਾ ਹੈ। ਸੋ ਖੈਰ, ਅੱਜ ਦੀ ਵਿਚਾਰ ਅਸੀਂ ਸ਼ੁਰੂ ਕਰਦੇ ਹਾਂ। ਇਹ ਕਾਵਕ ਵੰਨਗੀ ਬਾਰੇ ਸੀਗਾ। ਗੁਰੂ ਅੱਜ ਦੀ ਵਿਚਾਰ ਸ਼ੁਰੂ ਕਰਦੇ ਹਨ ਪੌੜੀ। ਪੌੜੀ ਨੂੰ ਪੌੜੀ ਵੀ ਲਿਖਿਆ ਗੁਰਬਾਣੀ ਵਿੱਚ, ਤੇ ਕਈ ਜਗ੍ਹਾ ਤੇ ਪੌੜੀ ਵੀ ਲਿਖਿਆ, ਭਾਵ ਊੜੇ ਨਾਲ ਵੀ ਲਿਖਿਆ, ਪੱਪਾ ਊੜਾ, ਅੜਾੜਾ ਅੜਾੜੇ ਨੂੰ ਬਿਹਾਰੀ, ਤੇ ਕਈ ਜਗ੍ਹਾ ਤੇ ਪੱਪਾ ਵਾਵਾ ਤੇ ਅੜਾੜਾ ਅੜਾੜੇ ਨੂੰ ਬਿਹਾਰੀ। ਭਾਵ ਇਹ ਗੁਰੂ ਦੀ ਆਪਣੀ ਇੱਕ ਕਲਾ ਹੈ। ਉਹ ਪੌੜੀ ਵੀ ਲਿਖ ਦਿੰਦੇ ਨੇ ਤੇ ਪੌੜੀ ਵੀ ਲਿਖ ਦਿੰਦੇ ਨੇ। ਕਈ ਵਾਰ ਉਹ ਮਹੱਲਾ ਵੀ ਲਿਖ ਦਿੰਦੇ ਨੇ, ਮੰਮਾ ਲੱਲਾ ਹਾਹਾ ਮਹੱਲਾ ਵੀ ਲਿਖ ਦਿੰਦੇ ਨੇ। ਤੇ ਕਈ ਵਾਰ ਉਹ ਲਾਸਟ ਵਾਲਾ ਕੰਨਾ ਨਹੀਂ ਲਾਉਂਦੇ ਤੇ ਕੰਨਾ ਛੱਡ ਦਿੰਦੇ ਨੇ, ਉਹ ਮਹਲ ਵੀ ਲਿਖ ਦਿੰਦੇ ਨੇ। ਇਹ ਗੁਰੂ ਦੀ ਆਪਣਾ ਇੱਕ ਕਲਾ ਹੈ। ਭਾਵ ਉਹ ਐਵੇਂ ਵੀ ਲਿਖ ਦਿੰਦੇ ਨੇ, ਮਹਲ ਪਹਿਲਾ, ਮਹਲ ਦੂਜਾ, ਮਹਲ ਤੀਜਾ, ਮਹਲ ਚੌਥਾ, ਮਹਲ ਪੰਜਵਾਂ, ਮਹਲ ਨੌਵਾਂ। ਤੇ ਗੁਰੂ ਐਵੇਂ ਵੀ ਲਿਖ ਦਿੰਦੇ ਨੇ, ਮਹੱਲਾ ਪਹਿਲਾ, ਮਹੱਲਾ ਦੂਜਾ। ਤੇ ਕਈ ਵਾਰ ਇਸ ਤਰ੍ਹਾਂ ਵੀ ਲਿਖ ਦਿੰਦੇ ਨੇ, ਮੰਮਾ ਪਾ ਕੇ ਉਹਦੇ ਅੱਗੇ ਦੋ ਬਿੰਦੀਆਂ ਪਾ ਦਿੰਦੇ ਨੇ। ਇਹ ਗੁਰੂ ਦਾ ਆਪਣਾ ਇੱਕ ਢੰਗ ਹੈ। ਇੱਥੇ ਫਰਕ ਕੋਈ ਨਹੀਂ, ਭਾਵ ਇੱਕ ਹੈ। ਪੌੜੀ ਦੇ ਵਿੱਚ ਵੀ ਪੌੜੀ ਲਿਖਿਆ ਮਿਲੇਗਾ, ਪੌੜੀ ਲਿਖਿਆ ਮਿਲੇਗਾ। ਗੁਰੂ ਕਹਿੰਦੇ, ਆਪੇ ਤਖਤ ਰਚਾਇਓ ਆਕਾਸ਼ ਪਤਾਲਾ। ਗੁਰੂ ਅਮਰਦਾਸ ਕਹਿੰਦੇ, ਪਰਮੇਸ਼ਰ ਨੇ ਆਪ ਹੀ ਆਪਣਾ ਤਖਤ ਰਚਿਆ ਹੈ। ਤਖਤ ਹਮੇਸ਼ਾ ਰਾਜਿਆਂ ਦਾ ਹੁੰਦਾ ਹੈ। ਗੁਰਬਾਣੀ ਵਿੱਚ ਤਖਤ ਦੀ ਬੜੀ ਗੱਲ ਹੈ। ਬਾਣੀ ਦੇ ਸ਼ਬਦ ਅਸੀਂ ਬਹੁਤ ਵਾਰ ਪੜ੍ਹਦੇ ਹਾਂ, ਜਿੱਥੇ ਗੁਰਦੇਵ ਨੇ ਆਪ ਕਈ ਵਾਰ
ਤਖਤ ਦੀ ਗੱਲ ਗੁਰਬਾਣੀ ਦੇ ਵਿੱਚ ਕੀਤੀ ਹੈ ਤੇ ਬਾਣੀ ਵਿੱਚ ਪਰਮੇਸ਼ਰ ਨੂੰ ਰਾਜਾ ਮੰਨਿਆ ਗਿਆ। ਬਾਬਾ ਕਬੀਰ ਸਾਹਿਬ ਦਾ ਬਚਨ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਾਂ ਅਸੀਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ। ਜਾਂ ਅਸੀਂ ਪੜ੍ਹਦੇ ਹਾਂ, ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ। ਬਾਣੀ 'ਚ ਬੜੀ ਵਾਰੀ ਜ਼ਿਕਰ ਆਏਗਾ ਕਿ ਵਾਹਿਗੁਰੂ ਰਾਜਾ ਹੈ, ਉਹ ਪਾਤਸ਼ਾਹ ਹੈ ਤੇ ਪਾਤਸ਼ਾਹਾਂ ਦਾ ਤਖਤ ਆਪਣਾ ਹੁੰਦਾ ਹੈ। ਇੱਥੇ ਦੋ ਤਰ੍ਹਾਂ ਦੀ ਵਿਚਾਰ ਹੈ। ਤੁਸੀਂ ਦੇਖਿਆ ਹੋਣਾ ਕਿ ਦਿੱਲੀ ਦੇ ਤਖਤ ਤੇ ਕਈ ਰਾਜੇ ਬਦਲੇ ਹਨ। ਤਖਤ ਹੋ ਹੀ ਰਿਹਾ ਹੈ ਪਰ ਰਾਜੇ ਬਦਲਦੇ ਗਏ। ਭਾਵ ਇੱਕ ਨੇ ਤਖਤ ਬਣਾਇਆ, ਕਦੀ ਉਹਦਾ ਮਾਲਕ ਦੂਜਾ ਬਣ ਗਿਆ, ਕਦੀ ਤੀਜਾ ਬਣ ਗਿਆ, ਕਦੀ ਚੌਥਾ ਬਣ ਗਿਆ। ਅਸੀਂ ਵੀ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਸਿੱਖਾਂ ਨੇ ਕਈ ਵਾਰ ਉਸ ਤਖਤ ਨੂੰ ਜਿੱਤਿਆ ਤੇ ਜਿੱਤ ਕੇ ਛੱਡ ਆਏ ਹਨ। ਅਸੀਂ ਇਹ ਵੀ ਜ਼ਿਕਰ ਪੜ੍ਹਦੇ ਹਾਂ। ਰਾਜੇ ਤਖਤ ਬਣਾਉਂਦੇ ਨਹੀਂ, ਰਾਜੇ ਤਖਤ ਖੋਹਦੇ ਨੇ। ਪਰ ਪਰਮੇਸ਼ਰ ਨੇ ਤਖਤ ਖੋਇਆ ਨਹੀਂ, ਉਹਨੇ ਤਖਤ ਬਣਾਇਆ। ਇਹ ਫਰਕ ਹੈ। ਜਦੋਂ ਰੱਬ ਨੂੰ ਰਾਜਾ ਕਿਹਾ ਗਿਆ ਤੇ ਕਈ ਵਾਰੀ ਹੋ ਸਕਦਾ ਸਾਡੇ ਮਨ 'ਚ ਖਿਆਲ ਆਏ, ਪਰ ਬਾਣੀ ਨੇ ਇਸ ਨੂੰ ਅਲੱਗ ਕਰ ਦਿੱਤਾ, ਜੁਦਾ ਕਰ ਦਿੱਤਾ ਕਿ ਇੱਕ ਰਾਜਾ ਦੂਜੇ ਰਾਜੇ ਕੋਲੋਂ ਤਖਤ ਖੋਹਦਾ ਹੈ ਜਾਂ ਉਹਨੂੰ ਤਖਤ ਦਿੱਤਾ ਜਾਂਦਾ ਹੈ, ਉਹ ਬਣਾਉਂਦਾ ਨਹੀਂ ਹੈ। ਪਰ ਜਿਵੇਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਸਿੱਖਾਂ ਨੇ ਬੇਸ਼ੱਕ ਭਾਵੇਂ ਰਾਜ ਬਣਾਇਆ ਪਰ ਉਹਨਾਂ ਨੇ ਆਪਣੇ ਤੋਂ ਪਹਿਲੇ ਰਾਜਿਆਂ ਕੋਲੋਂ ਤਖਤ ਖੋਇਆ ਹੈ। ਉਹਦੇ ਕੋਲੋਂ ਖੋਹ ਕੇ ਉਹ ਆਪ ਉਸ ਤਖਤ ਤੇ ਬੈਠੇ ਹਨ। ਹਾਂ, ਉਸ ਤਖਤ ਦੀਆਂ ਪਰੰਪਰਾਵਾਂ, ਉਸ ਤਖਤ ਦੀਆਂ ਮਰਿਆਦਾਵਾਂ, ਉਸ ਤਖਤ ਦਾ ਨਿਜ਼ਾਮ ਉਹਨਾਂ ਨੇ ਬਦਲ ਦਿੱਤਾ ਹੈ। ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਉਸ ਵਕਤ ਸਰਹੰਦ ਦਾ ਉਹ ਤਖਤ ਖੋਹ ਲਿਆ। ਬੇਸ਼ੱਕ ਭਾਵੇਂ ਤਖਤ ਪੁਰਾਣਾ ਸੀਗਾ ਪਰ ਉਸ ਤਖਤ ਤੇ ਉਹਨਾਂ ਨੇ ਬਹਿ ਕੇ ਕੁਝ ਚੀਜ਼ਾਂ ਨਵੀਆਂ ਕੀਤੀਆਂ। ਸੋ ਗੁਰਬਾਣੀ ਅੰਦਰ ਜ਼ਿਕਰ ਹੈ, ਜਿੱਥੇ ਗੁਰਦੇਵ ਕਹਿੰਦੇ ਨੇ ਆਪੇ ਤਖਤ ਰਚਾਇਓ, ਤੇ ਤਖਤ ਦੇ ਅੱਗੇ ਕੀ ਹੁੰਦੀ ਆ? ਰਿਆਇਆ ਹੁੰਦੀ ਆ। ਤੇ ਰਿਆਇਆ ਜਿਹੜੀ ਆ, ਇੱਕ ਉਸ ਤਖਤ ਦੇ ਅੱਗੇ ਝੁਕਦੀ ਹੈ ਤੇ ਦੂਜਾ ਉਸ ਤਖਤ ਦੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਚੱਲਦੀ ਹੈ। ਜਿਵੇਂ ਅਸੀਂ ਭਾਰਤ 'ਚ ਰਹਿੰਦੇ ਹਾਂ, ਭਾਰਤ ਵਿੱਚ ਦਿੱਲੀ ਇੱਕ ਤਖਤ ਹੈ ਜਿੱਥੇ ਸਾਡੇ ਵੱਲੋਂ ਚੁਣੇ ਹੋਏ ਲੋਕ ਜਾਂਦੇ ਨੇ ਤੇ ਉਹ ਕੁਝ ਵਿਧਾਨ ਬਣਾਉਂਦੇ ਨੇ, ਕਾਨੂੰਨ ਬਣਾਉਂਦੇ ਨੇ ਤੇ ਅਸੀਂ ਰਿਆਇਆ ਜਿਹੜੀ ਆ ਉਸ ਬਣਾਏ ਹੋਏ ਕਾਨੂੰਨ ਜੋ ਤਖਤ ਦੁਆਰਾ ਲਾਗੂ ਹੁੰਦੇ ਨੇ, ਅਸੀਂ ਉਹਦੇ ਅੱਗੇ ਝੁਕਦੇ ਹਾਂ। ਇਵੇਂ ਗੁਰਦੇਵ ਕਹਿੰਦੇ ਪਰਮੇਸ਼ਰ ਨੇ ਤਖਤ ਬਣਾਇਆ ਤੇ ਤਖਤ ਬਣਾ ਕੇ ਜਿਹੜਾ ਆਪ ਉਸ ਤਖਤ ਤੇ ਬੈਠਾ ਹੈ, ਆਸਣ ਲਾ ਕੇ ਬੈਠਾ, ਜਿਹਨੂੰ ਅਸੀਂ ਆਸਾ ਕੀ ਵਾਰ ਵਿੱਚੋਂ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ, ਨਾਉ ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਉਹ ਆਸਣ ਲਾ ਕੇ ਬਹਿ ਗਿਆ। ਭਾਵੇਂ ਇੱਕ ਬੜੀ ਨਵੇਕਲੀ ਗੱਲ ਹੈ ਬਾਕੀ ਧਰਮਾਂ ਦੇ ਨਾਲ। ਬਾਕੀ ਧਰਮਾਂ ਦੇ ਵਿੱਚ ਵੀ ਜਿਵੇਂ ਅਸੀਂ ਈਸਾਈਅਤ ਪੜ੍ਹੀਏ, ਉਹ ਕਹਿੰਦੇ ਨੇ ਪਰਮੇਸ਼ਰ ਇੱਕ ਹੈ। ਇਸਲਾਮ ਪੜ੍ਹੀਏ, ਉਹ ਕਹਿੰਦੇ ਨੇ ਪਰਮੇਸ਼ਰ ਇੱਕ ਹੈ। ਜੇ ਅਸੀਂ ਸਨਾਤਨ ਮਤ ਨੂੰ ਵੀ ਪੜ੍ਹੀਏ ਤੇ ਇੱਥੇ ਵੀ ਕਈ ਥਾਵਾਂ ਤੇ ਇੱਕ ਪਰਮੇਸ਼ਰ ਦਾ ਜ਼ਿਕਰ ਇਹਨਾਂ ਦੇ ਕੁਝ ਗ੍ਰੰਥਾਂ ਦੇ ਵਿੱਚ ਆਉਂਦਾ ਹੈ। ਇੱਕ ਸ਼ਕਤੀ ਨੂੰ ਮੰਨਦੇ ਹਨ ਤੇ ਉਹ ਤੋਂ ਅਗਾਂਹ ਕਈ ਦੇਵੀ ਦੇਵਤਿਆਂ ਦੀ ਇਹ ਕਲਪਨਾ ਕਰਦੇ ਹਨ। ਪਰ ਫਰਕ ਕੀ ਹੈ ਸਿੱਖ ਮਤ ਦਾ ਇਹਨਾਂ ਦੇ ਨਾਲੋਂ? ਫਰਕ ਇਹ ਹੈ, ਸਿੱਖ ਮਤ ਕਹਿੰਦਾ ਹੈ ਕਿ ਉਹ ਹੈ ਇੱਕ ਹੈ, ਪਰ ਇੱਕ ਹੋਣ ਦੇ ਬਾਵਜੂਦ ਉਹ ਇੱਕ ਥਾਂ ਤੇ ਨਹੀਂ ਬੈਠਾ। ਉਹ ਇੱਕ ਹੋ ਕੇ ਇੱਕ ਥਾਂ ਤੇ ਨਹੀਂ ਬੈਠਾ, ਉਹ ਇੱਕ ਹੋ ਕੇ ਸਾਰੇ ਥਾਵਾਂ ਤੇ ਬੈਠਾ ਹੈ। ਉਹਦਾ ਆਸਣ ਇੱਥੇ ਵੀ ਹੈ ਤੇ ਉਹਦਾ ਆਸਣ ਇੱਥੋਂ ਦੂਰ ਵੀ ਹੈ, ਜਿਹਨੂੰ ਗੁਰਬਾਣੀ ਕਹਿੰਦੀ ਹੈ ਜਲ ਥਲ ਮਹੀਲ ਪੂਰਿਆ। ਉਹਦਾ ਆਸਣ ਜਲ 'ਚ ਵੀ ਹੈ, ਉਹਦਾ ਆਸਣ ਥਲ 'ਚ ਵੀ ਹੈ, ਉਹਦਾ ਆਸਣ ਮਹੀਲ 'ਚ ਵੀ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣ ਹਾਰ। ਇਹ ਫਰਕ ਹੈ ਉਹਨਾਂ ਨਾਲ, ਇਹ ਅੰਤਰ ਹੈ ਉਹਨਾਂ ਨਾਲੋਂ। ਤਾਂ ਗੁਰਦੇਵ ਨੇ ਆਖਿਆ, ਗੁਰਦੇਵ ਗੁਰੂ ਅਮਰਦਾਸ ਕਹਿੰਦੇ ਆਪੇ ਤਖਤ ਰਚਾਇਨ, ਉਹ ਵਾਹਿਗੁਰੂ ਨੇ ਆਪਣਾ ਤਖਤ ਆਪ ਰਚਿਆ, ਉਹਨੇ ਕਿਸੇ ਕੋਲੋਂ ਖੋਇਆ ਨਹੀਂ।
ਕਿਸੇ ਦੇ ਤਖਤ ਤੇ, ਭਾਵ ਉਸ ਨੇ ਇਹ ਸਾਰੀ ਕੁਦਰਤ ਜਿਹੜੀ ਹੈ ਆਪ ਬਣਾਈ ਹੈ ਤੇ ਇਹਦੇ ਵਿੱਚ ਆਪਣਾ ਤਖਤ ਜਿੱਤੇ ਉਹ ਆਸਣ ਲਾ ਕੇ ਬੈਠਾ ਹੈ ਉਹ ਵੀ ਆਪ ਰਚਿਆ। ਆਕਾਸ਼ ਪਤਾਲਾ, ਉਹਨੇ ਆਕਾਸ਼ ਵੀ ਆਪ ਰਚਿਆ ਤੇ ਉਹਨੇ ਪਾਤਾਲ ਵੀ ਆਪ ਰਚਿਆ। ਆਕਾਸ਼ ਕਹਿੰਦੇ ਉੱਪਰ ਨੂੰ, ਪਾਤਾਲ ਕਹਿੰਦੇ ਨੇ ਨੀਵੇਂ ਥੱਲੇ ਨੂੰ, ਭਾਵ ਜਿੱਥੇ ਅਸੀਂ ਖੜੇ ਹਾਂ ਇੱਥੋਂ ਜੋ ਥੱਲੇ ਹੈ ਇਹ ਕਿੱਥੋਂ ਤੱਕ ਹੈ ਸਾਨੂੰ ਨਹੀਂ ਪਤਾ, ਉੱਪਰ ਕਿੱਥੋਂ ਤੱਕ ਹੈ ਸਾਨੂੰ ਨਹੀਂ ਪਤਾ। ਲਫ਼ਜ਼ ਦੋ ਹੀ ਨੇ ਗੁਰਦੇਵ ਨੇ, ਆਕਾਸ਼ ਤੇ ਪਾਤਾਲ। ਇਹਨੂੰ ਇਸ ਤਰ੍ਹਾਂ ਵੀ ਕਿਹਾ ਹੈ ਗੁਰਦੇਵ ਨੇ, ਅਰਬਦ ਨਰਬਦ ਧੁੰਦੂ ਘਾਰਾ। ਅਰਬਦ ਨਰਬਦ ਦਾ ਮਤਲਬ ਹੁੰਦਾ ਹੈ ਜਿਵੇਂ ਆਪਾਂ ਗਿਣਤੀ ਕਰਦੇ ਹਾਂ, ਅਰਬ ਖਰਬ ਨੀਲ ਅਸੰਖ, ਆਪਾਂ ਇਹ ਕੁਝ ਪੈਮਾਨੇ ਬਣਾਏ ਨੇ। ਅਸੀਂ ਸੈਂਕੜੇ ਤੋਂ ਸ਼ੁਰੂ ਕਰਦੇ ਹਾਂ, ਜਿਵੇਂ ਅਸੀਂ ਪੜ੍ਹਦੇ ਹਾਂ ਇਕਾਈ ਦਹਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ, ਐਵੇਂ ਕਰਦਿਆਂ ਅਸੀਂ ਅਰਬ ਖਰਬ ਨੀਲ ਇਸ ਤਰ੍ਹਾਂ ਅਸੰਖ ਤੇ ਪਹੁੰਚਦੇ। ਇਸ ਤੋਂ ਉੱਪਰ ਇੱਕ ਪੈਮਾਨਾ ਹੈ ਜਿਹਨੂੰ ਗੁਰਦੇਵ ਨੇ ਆਖਿਆ ਅਰਬਦ ਨਰਬਦ। ਇਹ ਤੋਂ ਉੱਪਰ ਇੱਕ ਪੈਮਾਨਾ, ਕਹਿਣ ਲੱਗੇ ਉਹ ਇਸ ਕੁਦਰਤ ਦੇ ਵਿੱਚ ਪਤਾ ਨਹੀਂ ਕਿੰਨੀ ਦੂਰ ਤੱਕ, ਭਾਵ ਅਰਬਾਂ ਤੱਕ ਤੇ ਨਰਬਦਾਂ ਤੱਕ ਜਿਹੜਾ ਉਹ ਸਮਾਇਆ ਹੋਇਆ। ਆਕਾਸ਼ ਕਿੰਨਾ ਕੁ ਹੈ ਇਹਦੇ ਬਾਰੇ ਕੋਈ ਪੈਮਾਨਾ ਨਹੀਂ ਹੈ ਕਿ ਆਪਾਂ ਕਹਿ ਦਈਏ 10 ਕਿਲੋਮੀਟਰ ਤੱਕ ਹੀ ਹੈ, ਐਸਾ ਨਹੀਂ ਹੈ। ਅਸੀਂ ਕਹਿ ਦਈਏ ਪਾਤਾਲ ਜਿਹੜਾ ਕੋਈ 20 ਕਿਲੋਮੀਟਰ ਤੱਕ ਹੀ, ਐਸਾ ਨਹੀਂ। ਇੱਥੇ ਹੀ ਬਹਿਸ ਹੋਈ ਸੀ ਨਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਹ ਸਵਾਲ ਕੀਤਾ ਗਿਆ ਜਿਹੜਾ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਗੁਰਦੇਵ ਜਦੋਂ ਇਹ ਗੱਲ ਕਹਿੰਦੇ ਨੇ ਕਿ ਵੇਦਾਂ ਨੂੰ ਤਤ ਸਾਰ ਦਾ ਪਤਾ ਨਹੀਂ, ਕਿਉਂ ਕਹਿੰਦੇ ਨੇ, ਕਾਹਤੋਂ ਕਹਿੰਦੇ ਨੇ? ਕਿ ਗੁਰੂ ਮਹਾਰਾਜ ਦੀ ਵੇਦਾਂ ਦੇ ਨਾਲ ਕੋਈ ਦੁਸ਼ਮਣੀ ਹੈ? ਨਹੀਂ, ਗੁਰੂ ਦੇ ਅੰਦਰ ਤੇ ਦੁਸ਼ਮਣੀ ਦਾ ਭਾਵ ਹੀ ਨਹੀਂ ਹੈ। ਗੁਰੂ ਇਸ ਗੱਲੋਂ ਕਹਿੰਦੇ ਨੇ ਕਿ ਵੇਦਾਂ ਕੋਲੇ ਤਤ ਸਾਰ ਨਹੀਂ, ਉਹ ਅਜੇ ਵੀ ਲੱਖਾਂ ਤੇ ਖਲੋਤੇ ਨੇ। ਉਹ ਇਸ ਗੱਲ ਨੂੰ ਅਜੇ ਵੀ ਲੱਖਾਂ ਤੇ ਖੜ ਕੇ ਬੈਠੇ ਨੇ। ਅਸਲ 'ਚ ਉਹਨਾਂ ਦੇ ਅੰਦਰ ਇਹ ਅਹਿਸਾਸ ਪੈਦਾ ਨਹੀਂ ਹੋਇਆ ਕਿ ਇਹ ਕੁਦਰਤ ਜਿਹੜੀ ਹੈ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੈ। ਫਿਰ ਗੱਲ ਕਤੇਬਾਂ ਦੀ ਆਈ ਤੇ ਕਤੇਬਾਂ ਵਾਲੇ ਜਿਹੜੇ ਹਨ ਉਹ ਹਜ਼ਾਰਾਂ ਤੇ ਖਲੋਤੇ ਨੇ। ਸੈਸ 18 ਕਹਿਣ ਕਤੇਬਾਂ ਅਸੂਲੂ ਇੱਕ ਧਾਤ। ਗੁਰਦੇਵ ਕਹਿੰਦੇ ਨਹੀਂ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਉਹ ਕਿੱਡਾ ਕੁ ਵੱਡਾ ਹੈ ਕੋਈ ਨਹੀਂ ਜਾਣ ਸਕਦਾ। ਸੋ ਉਹੀ ਗੱਲ ਗੁਰਦੇਵ ਇੱਥੇ ਕਹਿ ਰਹੇ, ਕਹਿੰਦੇ ਆਪੇ ਤਖਤ ਰਚਾਇਓਨ ਆਕਾਸ਼ ਪਾਤਾਲਾ। ਉਹਨੇ ਆਪਣਾ ਤਖਤ ਆਪ ਰਚਿਆ, ਉਹਨੇ ਆਕਾਸ਼ ਵੀ ਆਪ ਬਣਾਇਆ, ਉਸਨੇ ਪਾਤਾਲ ਵੀ ਆਪ ਬਣਾਇਆ। ਹੁਕਮੇ ਧਰਤੀ ਸਾਜੀਆਂ, ਤੇ ਉਹਨੇ ਆਪਣੇ ਹੁਕਮ ਵਿੱਚ ਇਸ ਸਾਰੀ ਧਰਤੀ ਨੂੰ ਆਪ ਸਾਜਿਆ। ਸੱਚੀ ਧਰਮਸ਼ਾਲਾ, ਤੇ ਇਹ ਜਿਹੜੀ ਧਰਤੀ ਹੈ ਇਹ ਸੱਚੀ ਧਰਮਸ਼ਾਲਾ ਹੈ। ਅਸੀਂ ਜਪਜੀ ਸਾਹਿਬ ਅੰਦਰ ਵੀ ਇਹ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ, ਉੱਥੇ ਉਹ ਕਹਿੰਦੇ ਨੇ ਰਾਤੀ ਰੁੱਤੀ ਥਿਤੀ ਵਾਰ ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਬਾਣੀ ਵਿੱਚ ਗੁਰੂ ਮਹਾਰਾਜ ਨੇ ਕਈ ਜਗ੍ਹਾ ਤੇ ਇਸ ਧਰਤੀ ਨੂੰ ਧਰਮਸ਼ਾਲਾ ਆਖਿਆ। ਹੁਣ ਇਹਦਾ ਇਸ ਲਫ਼ਜ਼ ਦਾ ਮਾਇਨਾ ਸਮਝ ਲੈਣਾ। ਇਹ ਕੁਝ ਲਫ਼ਜ਼ ਨੇ ਜਿਵੇਂ ਪਾਠਸ਼ਾਲਾ, ਇੱਕ ਲਫ਼ਜ਼ ਸਾਡੀ ਬੋਲੀ ਦਾ। ਪਾਠਸ਼ਾਲਾ ਅਸੀਂ ਕਿਹਨੂੰ ਕਹਿੰਦੇ ਹਾਂ? ਉਹ ਜਗ੍ਹਾ ਜਿੱਥੇ ਚਾਟੜਿਆਂ ਨੂੰ ਵਿਦਿਆਰਥੀਆਂ ਨੂੰ ਪਾਠ ਦ੍ਰਿੜ ਕਰਵਾਇਆ ਜਾਂਦਾ, ਉਹਨੂੰ ਪਾਠਸ਼ਾਲਾ ਕਹਿੰਦੇ ਨੇ। ਇੱਕ ਲਫ਼ਜ਼ ਆਉਂਦਾ ਨਾਟਸ਼ਾਲਾ। ਨਾਟਸ਼ਾਲਾ, ਨਾਟ ਦਾ ਮਤਲਬ ਹੁੰਦਾ ਹੈ ਨ੍ਰਿਤ ਨਾਟਕ। ਜਿੱਥੇ ਬੱਚਿਆਂ ਨੂੰ ਨ੍ਰਿਤ ਤੇ ਨਾਟਕ ਦੀ ਸਿੱਖਿਆ ਦ੍ਰਿੜ ਕਰਾਈ ਜਾਂਦੀ, ਉਹਨੂੰ ਨਾਟਸ਼ਾਲਾ ਕਹਿੰਦੇ ਹਨ। ਇਵੇਂ ਹੀ ਆਪਾਂ ਇੱਕ ਲਫ਼ਜ਼ ਪੜ੍ਹਦੇ ਹਾਂ ਗਊਸ਼ਾਲਾ, ਭਾਵ ਜਿੱਥੇ ਗਊਆਂ ਦਾ ਰੱਖ ਰਖਾਵ ਕੀਤਾ ਜਾਂਦਾ ਹੈ, ਉਹਨਾਂ ਨੂੰ ਪਾਲਿਆ ਜਾਂਦਾ ਹੈ, ਰੱਖਿਆ ਜਾਂਦਾ ਹੈ, ਉਹਨੂੰ ਗਊਸ਼ਾਲਾ ਕਹਿੰਦੇ ਹਨ। ਇਹਨਾਂ ਲਫ਼ਜ਼ਾਂ ਤੋਂ ਸਾਨੂੰ ਸਮਝ ਲੱਗ ਗਿਆ ਕਿ ਧਰਮਸ਼ਾਲਾ ਦਾ ਮਤਲਬ ਹੈ ਜਿੱਥੇ ਧਰਮ ਕਮਾਇਆ ਜਾਂਦਾ ਹੈ, ਦ੍ਰਿੜ ਕਰਵਾਇਆ ਜਾਂਦਾ ਹੈ, ਉਹਨੂੰ ਧਰਮਸ਼ਾਲਾ ਕਹਿੰਦੇ। ਉਹ ਜਗ੍ਹਾ ਜਿਸ ਜਗ੍ਹਾ ਤੇ ਬੰਦੇ ਨੇ ਜਾਂ ਇਨਸਾਨੀਅਤ ਨੇ ਜਾਂ ਦੁਨੀਆ ਨੇ ਧਰਮ ਕਮਾਉਣਾ ਹੈ, ਉਹਨੂੰ ਧਰਮਸ਼ਾਲਾ। ਜਿੱਥੇ ਪਾਠ ਕਮਾਉਣਾ ਹੈ ਉਹਨੂੰ ਪਾਠਸ਼ਾਲਾ,
ਜਿੱਥੇ ਨਾਟਕ ਤੇ ਨ੍ਰਿਤ ਕਮਾਉਣਾ ਉਹਨੂੰ ਨਾਟਸ਼ਾਲਾ, ਜਿੱਥੇ ਗਊਆਂ ਦੀ ਦੇਖਭਾਲ ਕਰਨੀ ਹੈ ਉੱਥੇ ਗਊਸ਼ਾਲਾ, ਤੇ ਜਿੱਥੇ ਧਰਮ ਕਮਾਉਣਾ, ਧਰਮ ਦ੍ਰਿੜ ਕਰਨਾ ਉਸ ਨੂੰ ਧਰਮਸ਼ਾਲਾ ਕਹਿੰਦੇ। ਗੁਰੂ ਸਾਹਿਬ ਜੀ ਨੇ ਧਰਮ ਨੂੰ ਕਿਸੇ ਚਾਰ ਦੀਵਾਰੀ ਨਾਲ ਬੰਨ੍ਹ ਕੇ ਨਹੀਂ ਰੱਖਿਆ। ਗੁਰੂ ਸਾਹਿਬ ਤੋਂ ਪਹਿਲਾਂ ਧਰਮ ਜਿਹੜਾ ਹੈ ਉਹ ਚਾਰ ਦੀਵਾਰੀਆਂ ਨਾਲ ਬੱਝਾ ਹੋਇਆ ਸੀ। ਜੇ ਅਸੀਂ ਸਨਾਤਨ ਧਰਮ ਦੀ ਗੱਲ ਕਰੀਏ ਤੇ ਉਹ ਕੇਵਲ ਮੰਦਰ ਤੱਕ ਬੱਝਾ ਹੋਇਆ ਸੀ। ਜੇ ਅਸੀਂ ਇਸਲਾਮ ਧਰਮ ਦੀ ਗੱਲ ਕਰੀਏ ਤਾਂ ਉਹ ਕੇਵਲ ਮਸਜਿਦ ਦੀਆਂ ਦੀਵਾਰਾਂ ਤੱਕ ਬੱਝਾ ਹੋਇਆ ਸੀ, ਤੇ ਜੇ ਅਸੀਂ ਈਸਾਈਅਤ ਦੀ ਗੱਲ ਕਰੀਏ ਤੇ ਉਹ ਚਰਚ ਤੱਕ ਬੱਝਾ ਹੋਇਆ ਸੀ, ਇਸ ਤੋਂ ਬਾਹਰ ਨਹੀਂ। ਉਹਦਾ ਚੌਤਰਫਾ ਇੰਨਾ ਹੀ ਸੀਗਾ। ਪਰ ਜਦੋਂ ਗੁਰੂ ਸਾਹਿਬ ਆਏ, ਗੁਰੂ ਸਾਹਿਬ ਨੇ ਧਰਮ ਦਾ ਦਾਇਰਾ ਬੜਾ ਵਧਾ ਦਿੱਤਾ। ਉਹ ਕਹਿਣ ਲੱਗੇ ਤੁਹਾਡੀ ਗਲਤਫਹਿਮੀ ਹੈ, ਧਰਮ ਚਾਰ ਦੀਵਾਰੀਆਂ ਦੇ ਅੰਦਰ ਸੀਮਤ ਚੀਜ਼ ਨਹੀਂ ਹੈ। ਜਿਸ ਨੂੰ ਤੁਸੀਂ ਚਾਰ ਦੀਵਾਰੀਆਂ ਅੰਦਰ ਸੀਮਤ ਕਰ ਦਿਓ ਤੇ ਕਹੋ ਕਿ ਇਹਦੇ ਵਿੱਚ ਹੀ ਧਰਮ ਹੈ, ਨਹੀਂ। ਉਹਨਾਂ ਨੇ ਆਖਿਆ ਪੂਰੀ ਧਰਤੀ ਧਰਮਸ਼ਾਲਾ ਹੈ, ਇਸ ਧਰਤੀ ਦੀ ਕਿਸੇ ਵੀ ਜਗ੍ਹਾ ਤੇ ਜਾ ਕੇ ਤੁਸੀਂ ਧਰਮ ਕਮਾ ਸਕਦੇ ਹੋ। ਉਹ ਚਾਹੇ ਜੰਗ ਦਾ ਮੈਦਾਨ ਹੋਏ ਤੇ ਉਹ ਚਾਹੇ ਸ਼ਾਂਤੀ ਨਾਲ ਪਸਰਿਆ ਸ਼ਹਿਰ ਹੋਏ, ਉਹ ਚਾਹੇ ਭੁੱਖ ਨਾਲ ਮਰਦੇ ਹੋਏ ਲੋਕ ਹੋਣ ਤੇ ਉਹਨਾਂ ਦੇ ਵਿੱਚ ਤੁਸੀਂ ਹੋਵੋ, ਤੇ ਉਹ ਚਾਹੇ ਅਤ ਰਾਜੇ ਤੇ ਪੁੱਜੇ ਲੋਕਾਂ ਦਾ ਘੁੱਗ ਵਸਦਾ ਸ਼ਹਿਰ ਹੋਏ। ਧਰਮ ਕਿਤੇ ਵੀ ਕਮਾਇਆ ਜਾ ਸਕਦਾ ਹੈ। ਜਦੋਂ ਧਰਮ ਕਮਾਉਣ ਦੀ ਗੱਲ ਆਉਂਦੀ ਹੈ ਤੇ ਮੈਂ ਕੁਝ ਸੰਕੇਤ ਜਿਹੜੇ ਹਨ ਉਹ ਬਾਣੀ ਵਿੱਚੋਂ ਦਵਾਂਗਾ ਤੇ ਇਤਿਹਾਸ ਵਿੱਚੋਂ ਦਵਾਂਗਾ। ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਣੀ ਸਾਹਿਬ ਦੀ ਬਾਣੀ ਅੰਦਰ ਜ਼ਿਕਰ ਕਰਦੇ ਨੇ, ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਉਹਨਾਂ ਨੇ ਲਫ਼ਜ਼ ਵਰਤਿਆ, ਧਿਆਨ ਨਾਲ ਦੇਖਿਓ, ਸਰਬ ਧਰਮ ਮੈਂ। ਸਰਬ ਦਾ ਮਤਲਬ ਹੈ ਸਾਰੇ ਧਰਮ। ਇਹਦਾ ਮਤਲਬ ਹੈ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਬਚਨ ਲਿਖ ਰਹੇ ਸਨ ਉਦੋਂ ਲੋਕਾਂ ਦੇ ਦਿਮਾਗਾਂ ਵਿੱਚ ਧਰਮ ਕਈ ਪ੍ਰਕਾਰ ਦਾ ਵਸਿਆ ਹੋਇਆ ਸੀ। ਕੋਈ ਕਿਸੇ ਨੂੰ ਧਰਮ ਮੰਨਦਾ ਸੀ, ਕੋਈ ਕਿਸੇ ਨੂੰ ਧਰਮ ਮੰਨਦਾ ਸੀ, ਕੋਈ ਕਿਸੇ ਨੂੰ ਧਰਮ ਮੰਨਦਾ ਸੀ। ਇਸ ਗੱਲ ਦੀ ਵਿਆਖਿਆ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਕਰ ਗਏ। ਗੁਰੂ ਅੰਗਦ ਸਾਹਿਬ ਦਾ ਸ਼ਲੋਕ ਤੁਸੀਂ ਫਿਰ ਇਸ ਨੁਕਤੇ ਨੂੰ ਸਮਝੋ। ਵੈਸੇ ਪੂਰੀ ਧਰਤੀ ਦਾ ਧਰਮ ਇੱਕ ਹੈ, ਪਰ ਲੋਕਾਂ ਨੇ ਧਰਮ ਨੂੰ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕੀਤਾ, ਇਸੇ ਕਰਕੇ ਧਰਮ ਦੇ ਕਈ ਪ੍ਰਕਾਰ ਹੋ ਗਏ। ਤਾਂ ਹੀ ਗੁਰੂ ਅਰਜਨ ਸਾਹਿਬ ਨੇ ਲਿਖਿਆ ਸਰਬ ਧਰਮ, ਸਾਰੇ ਧਰਮਾਂ ਚੋਂ। ਹੁਣ ਉਹ ਸਾਰੇ ਧਰਮਾਂ ਚੋਂ ਕਿੰਨੇ ਕੁ ਤਰ੍ਹਾਂ ਦੇ ਧਰਮ ਸਨ? ਕੁਝ ਧਰਮਾਂ ਦੀਆਂ ਵੰਨਗੀਆਂ ਗੁਰੂ ਅੰਗਦ ਸਾਹਿਬ ਨੇ ਆਪਣੇ ਸ਼ਬਦ ਅੰਦਰ ਲਿਖੀਆਂ ਨੇ। ਉਹ ਕਹਿੰਦੇ ਨੇ, ਉਹਨਾਂ ਨੇ ਇੱਕ ਸ਼ਲੋਕ ਜਿਹੜਾ ਹੈ ਉਹ ਲਿਖਿਆ, ਸਰਬ ਧਰਮ ਜਿਹੜਾ ਹੈ ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਉਹ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਹਨ, ਹਰ ਕੋ ਨਾਮ ਜਪ ਨਿਰਮਲ ਕਰਮ। ਉਹਨਾਂ ਨੇ ਇਹ ਆਖਿਆ ਕਿ ਰੱਬ ਦੇ ਨਾਮ ਨਾਲ ਜੁੜ ਕੇ ਤੇ ਪਵਿੱਤਰ ਕਰਮ ਕਰਨੇ, ਅਸਲ 'ਚ ਇਹ ਸਾਰ ਹੈ, ਸ੍ਰੇਸ਼ਟ ਧਰਮਾਂ ਦਾ ਨਿਚੋੜ ਹੈ। ਅਸਲ 'ਚ ਇਹੀ ਧਰਮ ਹੈ, ਰੱਬੀ ਨਾਮ ਨਾਲ ਜੁੜੇ ਰਹਿਣਾ ਅਤੇ ਨਿਰਮਲ ਕਰਮ ਕਰਨੇ। ਅੱਜ ਇਹਨਾਂ ਦੋਵਾਂ ਚੀਜ਼ਾਂ ਨੂੰ ਅਲੱਗ ਕੀਤਾ ਜਾ ਰਿਹਾ। ਇਹ ਦੋ ਚੀਜ਼ਾਂ ਨੇ, ਦੋਵਾਂ ਨੂੰ ਅਲੱਗ ਕਰਕੇ ਤੇ ਇੱਕ ਚੀਜ਼ ਨੂੰ ਜਿਹੜਾ ਹੈ ਉਹ ਅੱਗੇ ਕੀਤਾ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਕਿ ਚੰਗੇ ਕੰਮ ਕਰੋ, ਇਹ ਹੀ ਧਰਮ ਹੈ। ਉਹਦੇ ਵਿੱਚੋਂ ਨਾਮ ਨੂੰ ਮਨਫੀ ਕੀਤਾ ਜਾ ਰਿਹਾ। ਇਹਨੂੰ ਸਮਝੀ ਆਪਾਂ, ਇਹ ਨੁਕਤੇ ਨੂੰ ਸਮਝੀ। ਜਿਸ ਚੀਜ਼ ਨਾਲੋਂ ਨਾਮ ਮਨਫੀ ਹੋ ਜਾਏਗਾ ਉਹ ਨਿਰਮਲ ਨਹੀਂ ਰਹੇਗੀ। ਇਸ ਨੁਕਤੇ ਨੂੰ ਸਮਝੀਏ। ਨਿਰਮਲ ਕਰਮ ਤੇ ਨਾਮ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ, ਪਰ ਇੱਕ ਬਿੰਦੂ ਤੇ ਆ ਕੇ ਇਕੱਠੀਆਂ ਹੁੰਦੀਆਂ ਨੇ। ਜਿੱਥੇ ਇਕੱਠੀਆਂ ਹੁੰਦੀਆਂ ਨੇ ਉੱਥੇ ਧਰਮ ਪੈਦਾ ਹੁੰਦਾ ਹੈ, ਉੱਥੇ ਧਰਮ ਪੈਦਾ ਹੁੰਦਾ ਹੈ। ਪਰ ਜਦੋਂ ਨਿਰਮਲ ਕਰਮ ਨੂੰ ਧਰਮ ਨਾਮ ਨਾਲੋਂ ਜੁਦਾ ਕਰਕੇ ਤੁਸੀਂ ਸੋਚੋਗੇ ਕਿ ਅਸੀਂ ਐਵੇਂ ਨਿਰਮਲ ਕਰਮ ਕਰ ਲਵਾਂਗੇ, ਤੁਸੀਂ ਇੱਕ ਵਾਰੀ ਕਰ ਲਓਗੇ, ਦੋ ਵਾਰੀ ਕਰ ਲਓਗੇ, ਤਿੰਨ ਵਾਰੀ ਕਰ ਲਓਗੇ, ਪਰ ਉਸ ਕਰਮ ਅੰਦਰ ਧੀਰੇ ਧੀਰੇ ਨਿਰਮਲਤਾ ਨਹੀਂ ਰਹੇਗੀ, ਉਹਦੇ 'ਚ ਮੈਲ ਪੈ ਜਾਏਗੀ। ਇਹਨੂੰ ਕਿਵੇਂ ਕਹਿੰਦੇ ਨੇ ਗੁਰਦੇਵ? ਇਹਨੂੰ ਗੁਰਦੇਵ ਇਸ ਤਰ੍ਹਾਂ ਕਹਿੰਦੇ ਨੇ, ਹੋਏ ਇਆਣਾ। ਧਰਮ ਨਾਮ ਤੋਂ ਬਿਨਾਂ ਅਸੀਂ ਇਆਣੇ ਆ। ਕਹਿਣ ਲੱਗੇ ਇਹਦੇ 'ਚ ਕੋਈ ਗਲਤਫਹਿਮੀ ਨਹੀਂ ਕਿ ਨਾਮ ਤੋਂ ਬਿਨਾਂ ਬੰਦਾ ਇਆਣਾ ਹੈ ਤੇ ਜੇ ਉਹ ਕੰਮ ਕਰੇਗਾ ਤੇ ਉਹ ਗਲਤੀ ਹੋਵੇਗਾ। ਕਹਿਣ ਲੱਗੇ ਇੱਕ ਅੱਧਾ ਕੰਮ ਉਹ ਸਹੀ ਕਰ ਸਕਦਾ ਹੈ, ਨਿਰਮਲ ਕਰਮ ਕਰ ਸਕਦਾ ਹੈ,
पर ਉਹਦੇ ਤੋਂ ਇਹ ਆਸ ਰੱਖੋ ਕਿ ਸਾਰੇ ਨਿਰਮਲ ਕਰਮ ਕਰੇਗਾ, ਇਹ ਤੁਹਾਡੀ ਗਲਤ ਫਹਿਮੀ ਹੈ। ਅੱਜ ਇਸੇ ਦਾ ਸ਼ਿਕਾਰ ਸਾਡੇ ਲੋਕ ਹੋ ਰਹੇ ਨੇ। ਜਿਹਨੂੰ ਕਿਹਨੂੰ ਪੁੱਛੋ ਬਾਜ਼ਾਰ ਦੇ ਵਿੱਚ, ਲੈ ਧਰਮ ਕੀ ਹੈ, ਚੰਗੇ ਕੰਮ ਕਰਨੇ ਹੀ ਤੇ ਧਰਮ ਹੈ। ਉਹਦੇ ਚੋਂ ਨਾਮ ਏਡੇ ਚਲਾਕੀ ਤਰੀਕੇ ਦੇ ਨਾਲ ਮਨਫੀ ਕਰ ਦਿੱਤਾ ਗਿਆ ਹੈ ਕਿ ਜਿਹੜਾ ਬੰਦਾ ਇਹ ਕਹਿ ਰਿਹਾ ਹੁੰਦਾ ਨਾ ਚੰਗੇ ਕੰਮ ਕਰੋ, ਜਦੋਂ ਉਹਨੂੰ ਤੁਸੀਂ ਨਾਮ ਦੀ ਦ੍ਰਿਸ਼ਟੀ ਤੋਂ ਵਾਚੋਗੇ ਤੇ ਉਹਦੇ ਕਰਮਾਂ ਚੋਂ ਕਈ ਤਰ੍ਹਾਂ ਦੀ ਬੂ ਆ ਰਹੀ ਹੁੰਦੀ ਹੈ, ਕਈ ਤਰ੍ਹਾਂ ਦੀ ਉਹਦੇ ਕਰਮਾਂ ਵਿੱਚੋਂ ਗੰਧ ਆ ਰਹੀ ਹੁੰਦੀ ਹੈ ਜਦੋਂ ਤੁਸੀਂ ਨਾਮ ਦੀ ਦ੍ਰਿਸ਼ਟੀ ਤੋਂ ਉਹਨੂੰ ਵਾਚੋਗੇ। ਸੋ ਇਹ ਇੱਕ ਬੜਾ ਮਹੀਨ ਨੁਕਤਾ ਹੈ। ਸੋ ਗੁਰਦੇਵ ਕਹਿੰਦੇ ਨੇ ਇਸ ਨੂੰ ਸਮਝਿਓ। ਕਹਿੰਦੇ ਜਦੋਂ ਨਾਮ ਨਾਲੋਂ ਕਰਮ ਅਲੱਗ ਹੋਣਗੇ ਤਾਂ ਕੀ ਹੋਏਗਾ? ਉਸ ਵਕਤ ਕਰਮ ਜਿਹੜੇ ਨੇ ਧੀਰੇ ਧੀਰੇ ਮੈਲੇ ਹੋ ਜਾਣਗੇ। ਕਿਵੇਂ ਮੈਲੇ ਹੋਣਗੇ? ਕਹਿੰਦੇ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੇ। ਗੁਰੂ ਦੇ ਡੇਢ ਕਰਮ ਦੀ ਗੱਲ ਕਹਿੰਦੇ, ਉਹ ਇੱਕ ਵੀ ਕੰਮ ਚੰਗਾ ਕਰ ਸਕਦਾ ਤੇ ਇੱਕ ਨਾਲ ਜੋੜ ਕੇ ਅੱਧਾ ਕੁ ਹੋਰ ਵੀ ਚੰਗਾ ਕਰ ਸਕਦਾ। ਪਰ ਇਹ ਸੋਚੋ ਕਿ ਉਹ ਸਦਾ ਹੀ ਚੰਗਾ ਕਰਦਾ ਰਹੇਗਾ, ਇਹ ਗਲਤ ਫਹਿਮੀ ਮਨ 'ਚ ਨਾ ਪਾਲਿਓ। ਕੀ ਕਰੇਗਾ? ਕਹਿਣ ਲੱਗੇ ਇੱਕ ਅੱਧ ਚੰਗੀ ਕਰੇ, ਦੂਜੀ ਪੀ ਵੈਰਾਸ। ਇਹਨੂੰ ਉਹ ਵੀ ਆਖਿਆ ਜੀਉ ਮੈਲੇ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਦਾ ਮਤਲਬ ਕੀ ਹੈ? ਜੀਉ ਮੈਲੇ ਦਾ ਮਤਲਬ ਕੀ ਹੈ? ਜਿਹਦੇ ਅੰਦਰ ਨਾਮ ਦਾ ਅਹਿਸਾਸ ਨਹੀਂ ਤੇ ਉਹ ਹੋਕਾ ਇਹ ਦੇ ਰਿਹਾ ਕਿ ਕੰਮ ਚੰਗੇ ਕਰਨੇ ਚਾਹੀਦੇ, ਕੰਮ ਚੰਗੇ ਕਰਨੇ ਚਾਹੀਦੇ ਨੇ। ਜੇ ਉਹ ਇੱਕ ਅੱਧਾ ਚੰਗਾ ਵੀ ਕਰ ਦੇਗਾ, ਪਰ ਗੁਰਦੇਵ ਕਹਿੰਦੇ ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਮੈਲੇ ਤਿਨੀ ਜਨਮ ਜੂਐ ਹਾਰਿਆ। ਉਹ ਜਿੱਤ ਨਹੀਂ ਸਕਦਾ, ਉਹ ਇਹਨਾਂ ਕਰਮਾਂ ਦੇ ਸਾਹਮਣੇ ਕਿਤੇ ਨਾ ਕਿਤੇ ਆ ਕੇ ਗੋਡੇ ਟੇਕ ਜਾਏਗਾ। ਜੇ ਅਸੀਂ ਆਪਣੇ ਬਜ਼ੁਰਗਾਂ ਦੀ ਦ੍ਰਿੜਤਾ ਦੀ ਗੱਲ ਕਰਦੇ ਹਾਂ, ਮੈਂ ਕਈ ਵਾਰ ਉਹਨਾਂ ਸਾਖੀਆਂ ਦਾ ਜ਼ਿਕਰ ਤੁਹਾਡੇ ਨਾਲ ਕੀਤਾ ਹੈ ਕਿ ਕਿੰਨੀਆਂ ਸਦੀਆਂ ਜਿਹੜੀਆਂ ਹਨ ਸਬਰ ਦਾ ਕਰਮ ਜਿਹੜਾ ਹੈ ਸਾਡੇ ਬਜ਼ੁਰਗਾਂ ਦੇ ਅੰਦਰ ਚੱਲਦਾ ਰਿਹਾ। ਕਿੰਨੀਆਂ ਜ਼ਿੰਦਗੀਆਂ, ਕਿੰਨੇ ਸੈਂਕੜੇ ਸਾਲ ਜਿਹੜਾ ਹੈ ਉਹਨਾਂ ਨੇ ਸੰਤੋਖ ਜਿਹੜਾ ਆਪਣੇ ਕਰਮਾਂ ਦੇ ਨਾਲੋਂ ਅਲੱਗ ਨਹੀਂ ਹੋਣ ਦਿੱਤਾ। ਇਹ ਦ੍ਰਿੜ ਕਿੰਨੇ ਕਰਵਾਇਆ ਸੀਗਾ? ਗੁਰੂ ਨਾਨਕ ਸਾਹਿਬ ਨੇ। ਜਦੋਂ ਜੋਗੀਆਂ ਨੇ ਉਹਨਾਂ ਨੂੰ ਆਖਿਆ ਕਿ ਤੂੰ ਬੜੀ ਵੰਡ ਛਕਣ ਦੀ ਗੱਲ ਕਰਦਾ ਹੈ, ਬੜੀ ਸੰਤੋਖ ਦੀ, ਬੜੀ ਧੀਰਜ ਦੀ ਗੱਲ ਕਰਦਾ ਹੈ, ਆ ਤਿਲ ਲੈ ਤੇ ਵੰਡ ਕੇ ਵਿਖਾ। ਇੱਥੋਂ ਸ਼ੁਰੂ ਹੋਈ ਸੀ ਇਹ ਗੱਲ। ਇਹ 20 ਰੁਪਈਆਂ ਤੋਂ ਗੱਲ ਸ਼ੁਰੂ ਹੋਈ ਸੀ ਵੰਡਣ ਦੀ, ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ। ਕੀ ਇਹ ਉੱਥੇ ਰੁਕ ਗਈ? ਇਹ ਕਰਮ ਉੱਥੇ ਰੁਕ ਗਿਆ? ਨਹੀਂ, ਇਹ ਕਰਮ ਦਾ ਪਸਾਰਾ ਅੱਜ ਤੱਕ ਸਾਨੂੰ ਇਉਂ ਦਾ ਇਉਂ ਮਿਲਦਾ ਹੈ। ਕਿੱਥੋਂ ਤੱਕ ਸਾਡੇ ਬੰਦਿਆਂ ਨੇ ਸਬਰ ਹੰਢਾਇਆ। ਮੈਂ ਕਈ ਵਾਰੀ ਉਹ ਸਾਖੀ ਦਾ ਜ਼ਿਕਰ ਕੀਤਾ ਹੈ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੜੀ ਮੁਸ਼ਕਲ ਦੇ ਨਾਲ ਫਰਖਸ਼ੀਰ ਨੇ ਫੜਿਆ। ਕਹਿੰਦਾ ਪਤਾ ਤੇ ਕਰੋ ਇਹਨਾਂ 'ਚ ਖਾਸ ਗੱਲ ਕਿਹੜੀ ਹੈ ਕਿ ਇਸ ਇਕੱਲੇ ਬੰਦੇ ਨੇ ਨਾ ਮੁੱਠੀ ਭਰ ਬੰਦਿਆਂ ਨੇ ਭਾਜੜਾਂ ਪਵਾਈ ਰੱਖੀਆਂ ਸਾਡੀਆਂ। ਏਡੀ ਵੱਡੀ ਸਲਤਨਤ ਨੂੰ ਜਿਹੜਾ ਹੈ ਇਹਨਾਂ ਨੇ ਨੱਕ 'ਚ ਦਮ ਕਰ ਰੱਖੀ ਆ। ਤਾਂ ਉਹਦਾ ਵਜ਼ੀਰ ਕਹਿੰਦਾ ਵੇਖਣਾ ਇਹਨਾਂ 'ਚ ਕੀ ਹੈ। ਉਹਨੇ 3 ਬੰਦੇ, 3 ਸਿੱਖ ਜੁਦਾ ਕਰ ਲਏ, ਇੱਕ ਬੁੱਢਾ, ਇੱਕ ਨੌਜਵਾਨ ਤੇ ਇੱਕ ਬੱਚਾ। ਉਹਨਾਂ ਨੂੰ ਕਾਲ ਕੋਠੜੀ 'ਚ ਪਾ ਦਿੱਤਾ, ਇੱਕ ਦਰਵਾਜ਼ਾ ਉੱਪਰੋਂ ਖੁੱਲਾ ਰੱਖ ਲਿਆ। ਕਈ ਦਿਨ ਕਹਿੰਦੇ ਪਿਆਸਾ ਭੁੱਖਾ ਧਰਾਇਆ ਰੱਖਿਆ ਗਿਆ। ਉਹ ਵਜ਼ੀਰ ਜਿਹੜਾ ਆਪਣੇ ਨਾਲ ਕੁਝ ਦਿਨਾਂ ਬਾਅਦ ਇੱਕ ਚੱਪਾ ਰੋਟੀ ਲੈ ਕੇ ਫਰਖਸ਼ੀਰ ਨੂੰ ਨਾਲ ਲੈ ਕੇ ਆਇਆ। ਉਹ ਰੋਟੀ ਵਿੱਚ ਸੁੱਟੀ, ਉਸ ਉੱਪਰ ਦੀ ਰੱਖੇ ਹੋਏ ਆਲੇ ਥਾਣੀ ਤੇ ਇਹ ਗੱਲ ਜਿਹੜੀ ਹੈ ਇਤਿਹਾਸ ਦੇ ਪੰਨਿਆਂ ਤੇ ਉਕਰੀ ਹੋਈ ਹੈ। ਕਹਿੰਦੇ ਨੇ ਉਹ ਰੋਟੀ ਬਜ਼ੁਰਗ ਨੇ ਆਪਣੇ ਹੱਥ 'ਚ ਫੜੀ ਤੇ ਉਸਨੇ ਉਹ ਰੋਟੀ, ਉਹ ਚੱਪਾ ਰੋਟੀ ਨੌਜਵਾਨ ਦੇ ਵੱਲ ਦ੍ਰਿੜ ਕਰ ਦਿੱਤੀ। ਯਾਦ ਰੱਖਿਓ, ਮੈਂ ਨੁਕਤਾ ਇਹ ਸਾਂਝਾ ਕਰ ਰਿਹਾ, ਜਿਹੜਾ ਸੰਤੋਖ ਦਾ, ਧੀਰਜ ਦਾ ਕਰਮ ਬਾਬੇ ਨਾਨਕ ਨੇ ਦ੍ਰਿੜ ਕਰਵਾਇਆ ਸੀ ਨਾਮ ਨਾਲ ਜੋੜ ਕੇ। ਉਹ ਰੁਕ ਨਹੀਂ ਗਿਆ ਇੱਕ ਅੱਧਾ ਕੰਮ ਕਰਕੇ, ਉਹ ਸਦੀਆਂ ਤੱਕ ਰਿਹਾ। ਕਿੱਥੇ 14ਵੀਂ ਸਦੀ ਹੈ ਤੇ ਕਿੱਥੇ 17ਵੀਂ ਸਦੀ ਹੈ, 3 ਸਦੀਆਂ ਤੇ ਅੱਗੇ ਵੀ ਚੱਲਦਾ ਰਿਹਾ। ਅਗਾਂਹ ਵੀ ਅਨੇਕਾਂ ਮਿਸਾਲਾਂ ਨੇ, ਅੱਜ ਵੀ ਉਹ ਮਿਸਾਲਾਂ ਨੇ। ਸੋ ਜਦੋਂ ਚੱਪਾ ਰੋਟੀ ਉਹਦੇ ਹੱਥ ਆਈ, ਉਹ ਬਜ਼ੁਰਗ ਦੇ ਉਹਨੇ ਨੌਜਵਾਨ ਵੱਲ ਵਧਾ ਦਿੱਤੀ। ਬੱਚਾ ਤੂੰ ਖਾ ਲਾ, ਮੈਂ ਜ਼ਿੰਦਗੀ ਵੇਖ ਲਈ ਹੈ, ਮੈਂ ਜੋ ਕਰਨਾ ਸੀ ਕਰ ਦਿੱਤਾ ਹੈ। ਨੌਜਵਾਨ ਨੇ ਉਹ ਰੋਟੀ ਬੱਚੇ ਵੱਲ ਵਧਾ ਦਿੱਤੀ ਤੇ ਬੱਚੇ ਨੂੰ ਆਖਿਆ ਪੁੱਤਰ ਤੂੰ ਖਾ ਲਾ, ਮੈਂ ਨੌਜਵਾਨ ਹਾਂ, ਮੇਰੇ ਸਰੀਰ 'ਚੋਂ ਤਾਕਤ ਹੈ, ਅਜੇ ਮੈਂ ਕੁਝ ਚਿਰ ਹੋਰ ਜੀ ਸਕਦਾ। ਤੇ ਬੱਚੇ ਨੇ ਉਹ ਰੋਟੀ ਜਿਹੜੀ ਹੈ
फिर बजुर्ग वाल वादी कर दी, बापू मैं बच्चा, मैनू की पता जी, मैं अनजान हाँ, तू बजुर्ग है, तेरे कोले खजाना है, जे तू बच गया ते तू मेरे वर्गे किन्ने क बच्चियां नू अपने वर्गे तैयार कर देगा। वो रोटी इस तरह गोल गोल घूमती रही, उन्हां भुखे ते तिराए सिखां ने खाधी नहीं। उपर बैठा वजीर ते फरकशीर, वजीर कहंदा बस आही गल है, इन्हां दे कर्मां च सबर है ते आ धीरज है ਜਿਹੜਾ ਇਹਨਾਂ ਨੂੰ ਬਚਾਈ ਗਿਆ, ਜਿਹਦੇ ਅੱਗੇ ਤੇਰੀ ਫੌਜ ਨੇ ਘੁਟਨੇ ਟੇਕੇ ਨੇ ਤੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਫੜਿਆ, ਬਸ ਆਹੀ ਹੈ। ਸੋ ਇਸ ਨੂੰ ਕਹਿੰਦੇ ਨੇ, ਜਿਹੜਾ ਅੱਜ ਰੋਲਾ ਪਾਇਆ ਜਾ ਰਿਹਾ ਨਾ ਕਿ ਚੰਗੇ ਕੰਮ ਕਰੋ ਚੰਗੇ, ਜੇ ਉਹਨਾਂ ਕੰਮਾਂ ਦੇ ਨਾਲ ਧੀਰਜ ਨਹੀਂ ਤੇ ਸਬਰ ਨਹੀਂ, ਖਿਮਾ ਕਰਨਾ, ਉਹ ਕਰਮ ਇੱਕ ਦਿਨ ਚੰਗੇ ਹੋਣਗੇ, ਇੱਕ ਵਾਰ ਚੰਗੇ ਹੋਣਗੇ, ਜਦੋਂ ਦੂਜੀ ਵਾਰੀ ਬੰਦਾ ਉਹ ਕੰਮ ਕਰੇਗਾ ਨਾ ਉਹਦੇ 'ਚ ਮੈਲ ਪੈ ਜਾਏਗੀ। ਤਾਂ ਹੀ ਗੁਰੂ ਨੇ ਦੋ ਚੀਜ਼ਾਂ ਨਾਲ ਜੋੜੀਆਂ ਨੇ, ਇੱਕ ਜੋੜਿਆ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਦੋ ਚੀਜ਼ਾਂ ਨੇ, ਇਹਨੂੰ ਇੱਕ ਨਾ ਕਰੀਏ, ਇਹਨੂੰ ਇੱਕ ਨਾ, ਨਾਮ ਤੇ ਕਰਮ ਇਹਨਾਂ ਦੋਹਾਂ 'ਚ ਫਰਕ ਹੈ। ਨਾਮ ਨੇ ਕਰਮਾਂ ਦੇ ਵਿੱਚ ਵੜ ਕੇ ਕਰਮਾਂ ਨੂੰ ਨਿਰਮਲ ਕਰਕੇ ਰੱਖਣਾ। ਇਹ ਉਸ ਤਰ੍ਹਾਂ ਹੀ ਹੈ ਜਿਹਨੂੰ ਗੁਰਦੇਵ ਕਹਿੰਦੇ ਨੇ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ। ਖੇ ਨੂੰ, ਗੰਦਗੀ ਨੂੰ ਕੋਈ ਕੱਪੜੇ ਨਹੀਂ ਕਹਿੰਦਾ, ਗੰਦਗੀ ਤੇ ਕੱਪੜੇ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਗੰਦਗੀ ਹੁੰਦੀ ਕੱਪੜਿਆਂ 'ਚ ਹੀ ਹੈ, ਵੇਖਣ ਨੂੰ ਇੱਕੇ ਜਿਹੇ ਲੱਗਦੇ ਨੇ, ਪਰ ਇੱਕ ਤੀਜੀ ਚੀਜ਼ ਹੈ, ਤਿੰਨ ਚੀਜ਼ਾਂ ਨੇ। ਉਸ ਸ਼ਬਦ ਨੂੰ, ਉਸ ਫਿਲਾਸਫੀ ਨੂੰ ਸਮਝੀਏ, ਇੱਕ ਹੈ ਪਾਣੀ ਤੇ ਸਾਬਣ, ਇੱਕ ਹੈ ਮੈਲ ਤੇ ਇੱਕ ਹੈ ਕੱਪੜਾ। ਇਹਨਾਂ ਤਿੰਨਾਂ ਚੀਜ਼ਾਂ ਨੂੰ ਜਿਹੜਾ ਅਲੱਗ ਅਲੱਗ ਕਰਕੇ ਦੇਖੀ, ਸਾਡੀ ਜਿਹੜੀ ਫਿਤਰਤ ਹੈ, ਅਸੀਂ ਕਰਮ ਨੂੰ ਤੇ ਮੈਲ ਨੂੰ ਇੱਕ ਕਰ ਦਿੱਤਾ ਹੈ। ਸੋ ਖੈਰ, ਮੈਂ ਜ਼ਿਕਰ ਕਰ ਰਿਹਾ ਸਾਂ, ਸਮਾਂ ਨੇੜੇ ਹੋ ਗਿਆ। ਗੁਰਦੇਵ ਕਹਿੰਦੇ ਆ ਹੁਕਮੇ ਧਰਤੀ ਸਾਜੀਆਂ ਸੱਚੀ ਧਰਮਸ਼ਾਲਾ, ਇਹ ਸਾਰੀ ਧਰਤੀ ਜਿਹੜੀ ਹੈ ਉਹਨੇ ਧਰਮ ਦਾ ਕੇਂਦਰ ਬਣਾਈ। ਤੁਸੀਂ ਕਿਤੇ ਵੀ ਜਾ ਕੇ ਧਰਮ ਕਮਾ ਸਕਦੇ ਹੋ, ਗੁਰਦੁਆਰੇ 'ਚ, ਆਪਣੇ ਘਰ 'ਚ, ਦੁਕਾਨ 'ਚ, ਬਾਜ਼ਾਰ 'ਚ, ਕਿਤੇ ਵੀ ਜਾਓ, ਦੁਨੀਆ ਦੇ ਕਿਸੇ ਕੋਨੇ 'ਚ ਜਾਓ, ਤੁਸੀਂ ਉੱਥੇ ਜਾ ਕੇ ਧਰਮ ਕਮਾ ਸਕਦੇ ਹੋ। ਮਿਸਾਲਾਂ ਨੇ, ਸਾਡੇ ਸਿੱਖ ਪਹਿਲੀ ਜੰਗ ਦੀ, ਪਹਿਲੀ ਸੰਸਾਰ ਜੰਗ ਵੇਲੇ ਇਸ ਧਰਤੀ ਤੋਂ ਪਤਾ ਨਹੀਂ ਕਿੰਨੀ ਦੂਰ ਗਏ, ਪਰ ਉਹਨਾਂ ਨੇ ਉਹ ਧਰਮ ਉੱਥੇ ਵੀ ਦ੍ਰਿੜ ਕੀਤਾ ਜਿਹੜਾ ਇੱਥੇ ਦ੍ਰਿੜ ਕੀਤਾ ਸੀ। ਕਈ ਮਿਸਾਲਾਂ ਨੇ ਉਹਨਾਂ ਦੀਆਂ ਜਿਹੜੀਆਂ ਅਸੀਂ ਇਤਿਹਾਸ 'ਚੋਂ ਪੜ੍ਹ ਸਕਦੇ ਹਾਂ। ਸੋ ਧਰਮ ਜਿਹੜਾ ਹੈ ਉਹ ਕਿਸੇ ਧਾਰਮਿਕ ਸਥਾਨ ਤੱਕ ਸੀਮਤ ਨਹੀਂ ਹੈ। ਬਸ ਆਹੀ ਚੀਜ਼ ਜਿਹੜੀ ਹੈ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ। ਬੰਦਾ ਇਹੀ ਕਹਿੰਦਾ ਮੈਂ ਗੁਰਦੁਆਰੇ ਖਲੋਤਾ, ਇੱਥੇ ਝੂਠ ਨਹੀਂ ਬੋਲਣਾ ਚਾਹੀਦਾ, ਇਹਦਾ ਮਤਲਬ ਬਾਹਰ ਜਾ ਕੇ ਬੋਲ ਲੈਣਾ ਚਾਹੀਦਾ, ਇੱਥੇ ਚੋਰੀ ਨਹੀਂ ਕਰਨੀ ਚਾਹੀਦੀ, ਬਾਹਰ ਜਾ ਕੇ ਕੀ ਕਰ ਲੈਣੀ ਚਾਹੀਦੀ ਹੈ, ਇੱਥੇ ਠੱਗੀ ਨਹੀਂ ਮਾਕੀ, ਬਾਹਰ ਜਾ ਕੇ ਨਹੀਂ। ਇਹ ਇਸ ਗੱਲ ਨੂੰ ਗੁਰਦੇਵ ਇਸ ਨੁਕਤੇ ਨੂੰ ਸਮਝਾਇਆ ਕਿ ਉਹ ਧਰਮਸ਼ਾਲਾ ਸਾਰੀ ਦੁਨੀਆ ਹੈ, ਤੇ ਇਸੇ ਨੂੰ ਆਖਿਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਜਿਵੇਂ ਸਾਰੀ ਧਰਤੀ ਧਰਮਸਾਲ ਹੈ, ਕਿਤੇ ਜਾ ਕੇ ਧਰਮ ਕਮਾ ਸਕਦੇ ਆ। ਗੁਰੂ ਕਹਿੰਦੇ ਐਵੇਂ ਸਿੱਖ ਦਾ ਘਰ ਵੀ ਧਰਮਸ਼ਾਲਾ ਹੈ, ਤੇ ਉਹਦੇ ਵਿੱਚ ਅੰਦਰ ਜੋ ਵੀ ਆ ਜਾਏਗਾ ਉਹਦੇ ਪ੍ਰਭਾਵ 'ਚ ਰਹਿ ਕੇ ਉਹ ਵੀ ਧਰਮੀ ਬਣ ਜਾਏਗਾ। ਇਹੋ ਜਿਹੀਆਂ ਮਿਸਾਲਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਨੇ। ਭਾਈ ਜੋਧ ਦੀ ਮਿਲਦੀ ਹੈ, ਭਾਈ ਮਨਸੁਖ ਦੀ ਮਿਲਦੀ ਹੈ, ਗੁਰੂ ਅੰਗਦ ਸਾਹਿਬ ਦੀ ਮਿਲਦੀ ਹੈ ਕਿ ਜਦੋਂ ਇੱਕ ਸਿੱਖ, ਇੱਕ ਆਮ ਬੰਦਾ ਕਿਸੇ ਸਿੱਖ ਦੇ ਘਰ ਜਾਂਦਾ ਹੈ, ਉਹਦੇ ਘਰ 'ਚ ਵੇਖਦਾ ਹੈ ਤੇ ਉਹ ਸਿੱਖ ਬਣ ਜਾਂਦਾ ਹੈ। ਖੈਰ, ਗੁਰਦੇਵ ਅੱਗੇ ਕਹਿੰਦੇ ਆਪ ਉਪਾਏ ਖੁਪਾਇੰਦਾ, ਉਹ ਆਪ ਹੀ ਪੈਦਾ ਕਰਦਾ ਹੈ, ਆਪ ਹੀ ਮਾਰਦਾ ਹੈ। ਸੱਚੇ ਦੀਨ ਦਿਆਲਾ, ਉਹ ਸਾਡਾ ਸੱਚਾ ਗਰੀਬਾਂ ਦਾ, ਗਰੀਬਾਂ ਤੇ ਦਇਆ ਕਰਨ ਵਾਲਾ ਮਾਲਕ ਹੈ। ਸਭਨਾ ਰਿਜ਼ਕ ਸਬਾਹੀ ਦਾ, ਉਹ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਤੇਰਾ ਹੁਕਮ ਨਿਰਾਲਾ, ਉਹਦਾ ਹੁਕਮ ਬੜਾ ਨਿਰਾਲਾ ਹੈ। ਹੁਣ ਇਸ ਨੁਕਤੇ ਨੂੰ ਥੋੜਾ ਜਿਹਾ ਸਮਝ ਲਿਓ। ਨਿਰਾਲਾ ਦਾ ਮਤਲਬ ਹੈ ਉਹਦਾ ਹੁਕਮ ਦੁਨੀਆ ਦੇ ਬਾਦਸ਼ਾਹਾਂ ਵਰਗਾ ਨਹੀਂ ਕਿ ਥੋੜਿਆਂ ਨੂੰ ਫਾਇਦਾ ਦੇਏਗਾ ਤੇ ਥੋੜਿਆਂ ਨੂੰ ਨੁਕਸਾਨ ਦੇਏਗਾ। ਐਸਾ ਨਹੀਂ, ਐਸਾ ਨਹੀਂ ਹੈ। ਉਹਦੇ ਹੁਕਮ ਸਾਰਿਆਂ ਲਈ ਇੱਕੋ ਜਿਹੇ ਨੇ। ਜੇ ਸਾਰਿਆਂ ਨੂੰ ਫਾਇਦਾ ਦੇਣਗੇ ਤੇ ਸਾਰਿਆਂ ਨੂੰ ਦੇਣਗੇ, ਜੇ ਨੁਕਸਾਨ ਕਰਨਗੇ ਤੇ ਸਾਰਿਆਂ ਦਾ ਨੁਕਸਾਨ। ਅੱਗ ਜੇ ਸੇਕ ਦਿੰਦੀ ਹੈ ਤੇ ਸਾਰਿਆਂ ਨੂੰ ਦਿੰਦੀ ਹੈ, ਤੇ ਜੇ ਭਲਾ ਕਰਦੀ ਹੈ ਤੇ ਸਾਰਿਆਂ ਦਾ ਕਰਦੀ ਹੈ। ਹਵਾ ਨੁਕਸਾਨ ਕਰਦੀ ਹੈ ਤੇ ਸਾਰਿਆਂ ਦਾ ਕਰਦੀ ਹੈ, ਜੇ ਭਲਾ ਕਰਦੀ ਹੈ ਤੇ ਸਾਰਿਆਂ ਦਾ ਕਰਦੀ ਹੈ। ਇਹ ਫਰਕ ਹੈ ਦੁਨੀਆ ਦੇ ਰਾਜਿਆਂ ਨਾਲੋਂ। ਜਿਵੇਂ ਅੱਜ ਦੀ ਰਾਜਨੀਤੀ 'ਚ ਵੇਖਦੇ ਆ, ਅਸੀਂ ਦੇਖਦੇ ਆ ਕਿ ਜਿਹੜੇ ਚਹੇਤੇ ਨੇ ਉਹ ਰਾਜਨੀਤਿਕ ਹੁਕਮਾਂ ਤੋਂ ਫਾਇਦਾ ਠਾ ਜਾਂਦੇ ਨੇ ਤੇ ਆਮ ਗਰੀਬਾਂ ਦਾ ਨੁਕਸਾਨ ਹੋ ਜਾਂਦਾ ਹੈ। ਉਹਦਾ ਹੁਕਮ ਇਸ ਤਰ੍ਹਾਂ ਦਾ ਨਹੀਂ ਹੈ। ਉਹਦੇ ਹੁਕਮ 'ਚ ਸਾਰਿਆਂ ਦਾ ਭਲਾ ਹੁੰਦਾ ਹੈ।
ਗੁਰਦੇਵ ਕਹਿੰਦੇ ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ। ਉਹ ਆਪ ਹੀ ਸਾਰੀ ਜਗ੍ਹਾ ਤੇ ਵਰਤ ਰਿਹਾ ਹੈ, ਆਪ ਕਰੇ ਪ੍ਰਤਪਾਲਾ, ਤੇ ਉਹ ਆਪ ਹੀ ਇਸ ਗੱਲ ਦੀ ਪ੍ਰਤਪਾਲਨਾ ਕਰ ਰਿਹਾ ਹੈ ਕਿ ਇਹ ਮੇਰੇ ਬੱਚੇ ਨੇ, ਇਹ ਮੇਰੇ ਛੋਟੇ ਜਿਹੇ ਜੀ ਨੇ, ਤੇ ਮੈਂ ਇਹਨਾਂ ਦਾ ਬਾਪ ਹਾਂ, ਪਿਤਾ ਹਾਂ, ਇਹਨਾਂ ਦੀ ਮਾਤਾ ਹਾਂ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਮਾਲਕ, ਸਹਿਜੇ ਸਹਿਜ ਖਿਲਾਇੰਦਾ, ਨਾ ਕਰਦਾ ਆਲਕ। ਸੋ ਗੁਰਦੇਵ ਨੇ ਇਹ ਇੱਕ ਖਾਸ ਵਿਚਾਰ ਜਿਹੜੀ ਹੈ ਸਾਡੇ ਮੁਤਲਕ ਅੱਜ ਦੀ ਪੌੜੀ 'ਚ ਰੱਖੀ ਹੈ। ਇੱਕ ਖਾਸ ਗੱਲ ਜਿਹੜੀ ਅਸੀਂ ਪੱਕੀ ਕਰਨੀ ਹੈ ਕਿ ਧਰਮ ਚਾਰ ਦੀਵਾਰੀਆਂ ਤੱਕ ਸੀਮਤ ਨਹੀਂ ਹੈ। ਅਸੀਂ ਸੋਚੀਏ ਉਹ ਘਰ ਤੱਕ ਹੈ, ਗੁਰਦੁਆਰੇ ਤੱਕ ਹੈ, ਦੁਕਾਨ ਤੱਕ ਹੈ, ਨਹੀਂ, ਉਹਦਾ ਦਾਇਰਾ ਪੂਰੀ ਦੁਨੀਆ ਹੈ। ਤੁਸੀਂ ਦੁਨੀਆ 'ਚ ਜਿੱਥੇ ਜਾਓਗੇ, ਜਿੱਥੇ ਵੀ ਖੜੋਗੇ, ਉੱਥੇ ਧਰਮ ਕਮਾ ਸਕਦੇ ਹੋ। ਮਸਲਾ ਤੁਹਾਡਾ ਹੈ, ਮਸਲਾ ਮੇਰਾ ਹੈ, ਮੈਂ ਕਮਾਉਣਾ ਹੈ ਜਾਂ ਨਹੀਂ ਹੈ। ਧਰਮ ਕਮਾਉਣ ਲਈ ਦੋ ਚੀਜ਼ਾਂ ਦੀ ਲੋੜ ਹੈ, ਇੱਕ ਨਾਮ ਦੀ ਤੇ ਇੱਕ ਚੰਗੇ ਕਰਮਾਂ ਦੀ। ਬਸ ਜਿੱਥੇ ਦੋ ਚੀਜ਼ਾਂ ਸਾਡੇ ਨਾਲ ਜੁੜ ਗਈਆਂ, ਚੰਗੇ ਕੰਮ ਤੇ ਨਾਮ, ਉੱਥੇ ਅਸੀਂ ਧਰਮ ਕਮਾ ਲਵਾਂਗੇ। ਭਾਵੇਂ ਦੁਕਾਨ ਤੇ ਹੋਈਏ, ਭਾਵੇਂ ਘਰੇ ਹੋਈਏ, ਭਾਵੇਂ ਗੁਰਦੁਆਰੇ ਹੋਈਏ, ਭਾਵੇਂ ਦੁਨੀਆ ਦੇ ਕਿਸੇ ਦੇਸ਼ 'ਚ ਬੈਠੇ ਹੋਈਏ। ਤੇ ਜੇ ਦੋ ਚੀਜ਼ਾਂ ਨਹੀਂ, ਨਾਮ ਤੇ ਚੰਗੇ ਕਰਮ, ਭਾਵੇਂ ਗੁਰਦੁਆਰੇ ਬੈਠੇ ਹੋਈਏ ਤੇ ਭਾਵੇਂ ਗੁਰੂ ਸਾਹਿਬ ਦੀ ਤਾਬਿਆ ਵੀ ਕਿਉਂ ਨਾ ਬੈਠੇ ਹੋਈਏ, ਫਿਰ ਵੀ ਅਸੀਂ ਧਰਮ ਨਹੀਂ ਕਮਾ ਸਕਦੇ। ਇਹ ਦੋ ਚੀਜ਼ਾਂ ਜ਼ਰੂਰੀ ਨੇ, ਇੱਕ ਨਾਮ ਤੇ ਇੱਕ ਨਿਰਮਲ ਕਰਮ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ, ਪਿਆਰ ਸਹਿਤ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ ਦੋਗ ਸਭ ਵਿਸਾਰਨਾ, ਸਮਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੇ ਇੱਛਾ ਸਭ 부ਝਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਕਾਰ ਸੁਭਾਗੈ ਸ਼ਬਦ ਵਾਜੇ, ਕਲਾ ਜਿਨ ਕਰਤਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੇ ਬਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਮਿਨਵੰਤ ਨਾਨਕ ਗੁਰ ਚਰਨ ਲਾਗੇ, ਓ ਆਜੇ ਅਨਹਦ ਤੁਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ